ਕਾਨ ਰਹਿ ਹਿਰਦੈ ਮਹਿ ਗੁਦਹ ਮੈਂ ਅਪਾਨ ਜਾਨ ਨਾਭ ਮੈਂ ਸਮਾਨ ਕੰਠ ਵੇਖੈ ਉਦਿਆਨ ਸੋ ਵਿਆਪਕ ਬਿਆਨ ਤਨ ਨਾਗ ਉਦਗਾਰ ਕਰੈ ਕੂਰਮ ਸੁਲੋਚਨ ਕੀ ਪਲਕ ਖੁਲਹਾਨ ਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈਟ ਦੇ ਰਾਹੀਂ ਰੇਡੀਓ ਹਮਸਫ਼ਰ ਗੀਤ ਸੰਗੀਤ ਦੇ ਰਾਹੀਂ ਕਥਾ ਸ਼ਰਵਣ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਦੀ ਕਿਰਪਾ ਨਾਲ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ ਕਿ ਜਿਵੇਂ ਸਤਿਗੁਰੂ ਜੀ ਸੁਮੇਰ ਪਰਬਤ ਉੱਤੇ ਪਹੁੰਚੇ ਨੇ, ਗੋਰਖ ਨੇ ਆ ਕੇ ਗੁਰਾਂ ਦੀ ਪਰਖ ਲਈ ਹੈ, ਇਸੇ ਤਰ੍ਹਾਂ ਉਹਨਾਂ ਨੇ ਮਛਿੰਦਰ ਨਾਥ ਨੂੰ ਭੇਜਿਆ ਹੈ। ਫਿਰ ਲੋਹਾਰੀਪਾ ਚੱਲ ਕੇ ਆਇਆ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਮੈਨੂੰ ਦੱਸੋ ਕਿ ਕਿੰਨੇ ਉਂਗਲ ਮੁੱਖ ਹੁੰਦਾ ਹੈ, ਕਿੰਨੀਆਂ ਕੋਠੜੀਆਂ ਨੇ। ਬਹੁਤ ਸਾਰੇ ਆਪਣੇ ਵੱਲੋਂ ਡੂੰਘੇ ਪ੍ਰਸ਼ਨ ਕਰਨ ਲੱਗਿਆ ਹੈ, ਜਿਵੇਂ ਸਤਿਗੁਰੂ ਨੂੰ ਅਣਜਾਣ ਸਮਝਦਾ ਹੋਵੇ। ਸੋ ਸਤਿਗੁਰੂ ਮਹਾਰਾਜ ਨੇ ਕੱਲ੍ਹ ਸਾਰੇ ਜਵਾਬ ਕਾਫੀ ਜ਼ਿਆਦਾ ਦਿੱਤੇ ਸਨ। ਪੁੱਛਦਾ ਸੀ ਕਿ ਸਰੀਰ ਦੇ ਅੰਦਰ ਕਿੰਨੇ ਚੱਕਰ ਹੁੰਦੇ ਨੇ, ਉਹ ਕਿਵੇਂ ਬਿੰਨੇ ਜਾਂਦੇ ਨੇ, ਉਹਨਾਂ ਚੱਕਰਾਂ ਦੇ ਕਿੰਨੇ ਪੰਖੜੀਆਂ ਹੁੰਦੀਆਂ ਨੇ, ਕਿਹੋ ਜਿਹਾ ਰੰਗ ਹੁੰਦਾ, ਕਿਹਦਾ ਕਿਹਦਾ ਉੱਥੇ ਵਾਸਾ ਹੁੰਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਣਜਾਣ ਸਮਝ ਕੇ ਜਾਂ ਛੋਟੀ ਉਮਰ ਦੇਖ ਕੇ ਸਿੱਧ ਲੋਕ ਸੋਚਦੇ ਨੇ ਮਹਾਰਾਜ ਨੂੰ ਕੁਝ ਪਤਾ ਹੀ ਨਹੀਂ ਹੋਣਾ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਅਕਾਲ ਪੁਰਖ ਵਾਹਿਗੁਰੂ ਆਪ ਆਏ ਨੇ। ਗੁਰਾਂ ਨੇ ਬਹੁਤ ਛੇਤੀ ਸਭ ਦੇ ਜਵਾਬ ਦੇ ਦਿੱਤੇ ਨੇ। ਸੋ ਇਸ ਤਰ੍ਹਾਂ ਇਹ ਥੋੜ੍ਹੀ ਜਿਹੀ ਉੱਚੀ ਅਵਸਥਾ ਦੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਹਨਾਂ ਚੀਜ਼ਾਂ ਦੀ ਵਾਕਫੀ 99% ਲੋਕਾਂ ਨੂੰ ਨਹੀਂ ਹੁੰਦੀ। 1% ਦਾ ਵੀ 100ਵਾਂ ਹਿੱਸਾ ਹੀ ਜਾ ਕੇ ਕਿਸੇ ਇੱਕ ਅੱਧੇ ਉੱਤੇ ਕਿਰਪਾ ਹੁੰਦੀ ਹੈ। ਇਹ ਅਭਿਆਸ ਕਰਦਿਆਂ ਇਹ ਰਸਤੇ ਦੀਆਂ ਚੀਜ਼ਾਂ ਹਨ ਸਾਰੀਆਂ। ਇਹਨਾਂ ਸਾਰੀਆਂ ਨੂੰ ਪਾਰ ਕਰਕੇ ਗੁਰਸਿੱਖ ਇੱਕ ਅਕਾਲ ਜੋਤ ਦੇ ਅੰਦਰ ਲੀਨ ਹੁੰਦਾ ਹੈ। ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ। ਸੋ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਇਸ ਤਰ੍ਹਾਂ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਹੁਣ ਉਹਨੇ ਪ੍ਰਸ਼ਨ ਕੀਤਾ ਹੈ ਕਿ ਜਿਹੜੀ ਸਰੀਰ ਦੇ ਅੰਦਰ ਪਾਉਣ ਹੁੰਦੀ ਹੈ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਉਹਦੇ ਭਾਣੇ ਮਹਾਰਾਜ ਨੇ ਜਵਾਬ ਨਹੀਂ ਦੇ ਸਕਣਾ। ਸਰਬ ਕਲਾ ਸਮਰੱਥ ਸਤਿਗੁਰੂ ਮਹਾਰਾਜ ਜਵਾਬ ਦੇ ਰਹੇ ਨੇ। ਸਰੀਰ ਅੰਦਰ ਕਿੰਨੇ ਪ੍ਰਕਾਰ ਦੀ ਪਾਉਣ ਹੈ ਅਤੇ ਸਰੀਰ ਦੇ ਕਿਹੜੇ ਕਿਹੜੇ ਹਿੱਸੇ ਵਿੱਚ ਇਹ ਕੰਮ ਕਰਦੀ ਹੈ, ਉਹਦਾ ਜਵਾਬ ਔਰ ਬਹੁਤ ਸਾਰੇ ਜਵਾਬ ਦੇਣਗੇ। ਤੇ ਪੰਜਾਂ ਤੱਤਾਂ ਦੇ ਅੰਦਰ ਕੀ ਕੀ ਗੁਣ ਨੇ ਇਤਿਆਦਿਕ ਬਹੁਤ ਸਾਰੀਆਂ ਗੱਲਾਂ ਹਨ। ਸ਼ਬਦ ਸਪਰਸ ਰਸ ਰੂਪ ਗੰਧ ਆਦਿਕ ਸਰਵਣ ਕਰਾਉਣਗੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪੌਣ ਦਾਸ ਸੋਨੋ ਨਾਭ ਪ੍ਰਾਨ ਹੈ ਅਪਾਨ ਦੋ ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪੁੱਛੇ ਅਨੁਸਾਰ ਦੱਸ ਰਹੇ ਨੇ, ਪੌਣ ਜਿਹੜੀ ਹੁੰਦੀ ਹੈ ਇਹ 10 ਪੌਣਾ ਸਰੀਰ ਦੇ ਅੰਦਰ ਕੰਮ ਕਰਦੀਆਂ ਹਨ। ਨਾਮ ਕਹਿੰਦੇ ਸੁਣ ਲਓ, ਪ੍ਰਾਣ ਜੋ ਸਰੀਰ ਦੇ ਅੰਦਰ ਕੰਮ ਕਰਦੇ ਨੇ, ਪ੍ਰਾਣ ਵਾਯੂ, ਅਪਾਨ ਵਾਯੂ, ਸਮਾਨ ਵਾਯੂ, ਉਦਿਆਨ ਵਾਯੂ ਅਤੇ ਬਿਆਨ। ਇਹ ਪੌਣਾ ਪਹਿਲੀਆਂ 5 ਹਨ। ਇਹਨਾਂ ਦੀ ਵਿਆਖਿਆ ਨਾਲ ਨਾਲ ਬਾਅਦ 'ਚ ਦੱਸਣਗੇ। ਅੱਗੇ ਹੁਣ ਫਰਮਾਉਂਦੇ ਹਨ, ਨਾਗ ਔਰ ਕੂਰਮ ਕਰਕਲ ਦੇਵ ਦਾਤ ਲਖੋ ਦਸਮੀ ਤਨਜੈ ਨਾਮ ਕਰਤ ਬਖਾਨ ਸੋ। ਸੋ ਇੱਕ ਪੌਣ ਦਾ ਨਾਮ ਹੈ ਨਾਗ, 6ਵੀਂ ਪੌਣ। 7ਵੀਂ ਦਾ ਨਾਮ ਹੈ ਕੂਰਮ। 8ਵੀਂ ਦਾ ਨਾਮ ਹੈ ਕ੍ਰਿਕਲ। 9ਵੀਂ ਦਾ ਨਾਮ ਹੈ ਦੇਵਦੱਤ। 10ਵੀਂ ਦਾ ਨਾਮ ਹੈ ਧਨੱਜੈ। ਇਹ ਸਰੀਰ ਦੇ ਅੰਦਰ 10 ਪੌਣਾ ਸਾਡੇ ਵੱਖੋ ਵੱਖਰੇ ਸਿਸਟਮ ਤੇ ਕੰਮ ਕਰਦੀਆਂ ਹਨ। ਕਿਹੜੇ ਕਿਹੜੇ ਕੰਮ ਕਰਦੀਆਂ ਹਨ ਤੇ ਕਿੱਥੇ, ਇਹਨਾਂ ਦਾ ਵਾਸਾ ਦੱਸਿਆ ਹੈ। ਪ੍ਰਾਨ ਰਹਿ ਹਿਰਦੈ ਮਾਹੀ ਗੁਦਾ ਮੈਂ ਅਪਾਨ ਜਾਨ ਨਾਭ ਮੈਂ ਸਮਾਨ ਕੰਠ ਰੇਖਾ ਬਿਗਿਆ ਉਦਿਆਨ ਸੋ। ਹੁਣ ਕਹਿੰਦੇ ਨੇ ਜੇ ਪ੍ਰਾਣ ਕਿੱਥੇ ਰਹਿੰਦੇ ਨੇ, ਹਿਰਦੇ ਦੇ ਵਿੱਚ ਅੰਦਰ। ਇਹਨਾਂ ਦਾ ਵਾਸਾ ਇਹਦੇ ਵਿੱਚ ਹੈ ਪ੍ਰਾਣਾਂ ਦਾ। ਥੱਲੇ ਜਾ ਕਰਕੇ ਧੁਨੀ ਵੱਲ ਨੂੰ 9 ਸਵਾਸਾਂ ਦੀ ਇੱਕ ਗੰਢ ਹੁੰਦੀ ਹੈ। ਭਾਈ ਮਰਦਾਨਾ ਜੀ ਜਦੋਂ ਸਰੀਰ ਛੱਡਣਗੇ ਉਦੋਂ ਪੁੱਛਣਗੇ ਮਹਾਰਾਜ ਗੁਰੂ ਨਾਨਕ ਦੇਵ ਜੀ, ਮਰਦਾਨਾ ਹੁਣ ਤੈਨੂੰ ਕੀ ਪ੍ਰਤੀਤ ਹੁੰਦਾ ਕਿ ਅੰਦਰ ਕਿੰਨੇ ਸਵਾਸ ਬਾਕੀ ਰਹਿ ਗਏ ਨੇ? ਕਹਿੰਦਾ ਮਹਾਰਾਜ ਅਖੀਰਲੇ 9 ਸਵਾਸਾਂ ਦੀ ਗੱਠ ਖੁੱਲ ਰਹੀ ਆ। ਆਮ ਤੌਰ ਤੇ ਪਿੰਡਾਂ ਵਿੱਚ ਉਹਨੂੰ ਕਹਿੰਦੇ ਘੋਲੜੂ ਵੱਜਦਾ। ਅੰਤਮ ਸਮੇਂ ਤੇ ਜਦੋਂ ਸਰੀਰ ਬੰਦਾ ਛੱਡ ਰਿਹਾ ਹੁੰਦਾ ਤਾਂ ਇੱਕ ਆਵਾਜ਼ ਮੂੰਹ ਚੋਂ ਕੱਢਦਾ ਆ ਕਰਕੇ, ਉਹ 9 ਸਵਾਸ ਨਿਕਲਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਰੱਖ ਲਿਆ ਭਾਈ ਮਰਦਾਨੇ ਨੇ। ਕਿਹਾ ਸੀ ਕਿ ਮੈਨੂੰ ਅਖੀਰਲੇ 9 ਸਵਾਸ ਆਪਣੇ ਚਰਨਾਂ ਤੇ ਮੱਥਾ ਰੱਖ ਕੇ ਛੱਡਣ ਦਿਓ। ਅੰਤਮ ਇੱਛਾ ਪੁੱਛੀ ਮਹਾਰਾਜ ਨੇ। ਕਹਿੰਦਾ ਮੈਨੂੰ ਜਦੋਂ ਵੀ ਤੁਸੀਂ ਸੰਸਾਰ ਤੇ ਆਓ ਨਾਲ ਲੈ ਕੇ ਆਇਓ, ਬਸ ਕਿਰਪਾ ਰੱਖਿਓ। ਸੋ ਇਸ ਤਰ੍ਹਾਂ ਇਹ ਪ੍ਰਾਣ ਨੇ ਸਾਡੇ ਸਰੀਰ ਦੇ ਅੰਦਰ, ਇਹ ਹਿਰਦੇ 'ਚ ਵਾਸਾ ਦੱਸਦੇ ਨੇ ਇਹਨਾਂ ਦਾ। ਇਸੇ ਤਰ੍ਹਾਂ ਜਿਹੜੀ ਹਵਾ ਖਾਰਜ ਹੁੰਦੀ ਹੈ, ਗੁਦਾ ਮੈਂ ਅਪਾਨ ਜਾਨ, ਇਹ ਗੁਦਾ ਦੇ ਵਿੱਚ ਅਪਾਨ ਵਾਯੂ ਹੁੰਦੀ ਹੈ। ਯੋਗੀ ਲੋਕ ਜਿਹੜੇ ਨੇ ਅਪਾਨ ਵਾਯੂ ਨੂੰ ਰੋਕ ਕੇ ਸੋ ਆਸਣ ਲਾ ਕਰਕੇ ਸਿੱਧ ਆਸਣ ਲਾਉਂਦੇ ਨੇ। 84 ਪ੍ਰਕਾਰ ਦੇ ਉਹਨਾਂ ਵਿੱਚੋਂ ਵਿਸ਼ੇਸ਼ ਆਸਣ ਜਿਹੜਾ ਲੱਗਦੇ ਨੇ। ਪਹਿਲਾਂ ਦੱਸ ਆਏ ਆਸਣਾਂ ਬਾਰੇ ਵੀ ਕਾਫੀ ਪਹਿਲਾਂ। ਪਦਮ ਆਸਣ ਆਦਿਕ ਲਾ ਕੇ ਅਪਾਨ ਵਾਯੂ ਨੂੰ ਉੱਪਰ ਨੂੰ ਚੜਾਉਂਦੇ ਨੇ। ਉਹ ਉਹਨਾਂ ਦਾ ਤਰੀਕਾ ਹਠ ਯੋਗ ਵਿੱਚ ਆ ਜਾਂਦਾ। ਗੁਰਸਿੱਖ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਗੁਰਬਾਣੀ ਦੇ ਨਾਲ ਇਹ ਸਾਰੇ ਅੰਦਰਲੇ ਸੁਤੇ ਸਿੱਧੀ ਸਭ ਕੁਝ ਖੁੱਲ੍ਹ ਜਾਂਦਾ। ਜਿਹੜੀ ਪੌਣ ਨੂੰ ਉਹ ਰੋਕ ਕੇ ਚੜਾਉਂਦੇ ਨੇ ਉਹ ਸੁਤੇ ਸਿੱਧ ਸ਼ਬਦ ਦੇ ਨਾਲ ਹੀ ਆਰੰਭ ਹੋ ਜਾਂਦੀ ਹੈ। ਕਈ ਵਾਰੀ ਕਈ ਅਭਿਆਸੀ ਕਹਿਣਗੇ ਸਰੀਰ ਦੇ ਅੰਦਰ ਗਰਮੀ ਬਹੁਤ ਜ਼ਿਆਦਾ ਹੋ ਗਈ। ਕਈ ਵਾਰੀ ਅਭਿਆਸ ਕਰਦਿਆਂ ਹੋਇਆਂ ਬਹੁਤ ਜ਼ਿਆਦਾ ਸਰੀਰ 'ਚ ਗਰਮੀ ਵੱਧ ਸਕਦੀ ਹੈ। ਕਈ ਵਾਰ ਇਹ ਫੋਨ ਆਉਂਦੇ ਨੇ ਬਈ ਧੁੰਨੀ ਵਿੱਚ ਦਰਦ ਬੜਾ ਹੋ ਰਿਹਾ, ਧਿਆਨ ਰੱਖਿਆ ਕਰੋ। ਇੱਕ ਤਾਂ ਬਿਨਾਂ ਹੀ ਅਭਿਆਸ ਤੋਂ ਹੁੰਦਾ, ਉਹ ਤਾਂ ਦਵਾਈ ਲੈ ਲਓ। ਇੱਕ ਹੁੰਦਾ ਵਾਕਈ ਉੱਥੋਂ ਚੱਕਰ ਖੁੱਲ੍ਹਣਾ ਸ਼ੁਰੂ ਹੁੰਦਾ ਜਦੋਂ, ਉਦੋਂ ਆਮ ਵਿਅਕਤੀ ਡਰ ਜਾਂਦਾ, ਉਹ ਡਾਕਟਰਾਂ ਕੋਲ ਜਾਂਦਾ। ਉਹਨੂੰ ਕਿਸੇ ਜ਼ਰੂਰ ਵੱਡੇ ਅਭਿਆਸੀ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ।
ਹਿਰਦੇ ਵਿੱਚ ਕਈ ਵਾਰ ਦਰਦ ਹੁੰਦਾ ਹੈ, ਕਈ ਵਾਰੀ ਕੰਠ ਵਿੱਚ ਦਰਦ ਹੁੰਦਾ ਹੈ, ਮੱਥੇ 'ਚ ਵੀ ਹੁੰਦਾ ਹੈ, ਕਈ ਵਾਰੀ ਸਿਰ ਦੇ ਵਿੱਚ ਬਹੁਤ ਤਰਾਟਾਂ ਪੈਂਦੀਆਂ ਨੇ, ਬਹੁਤ ਦਰਦ ਸਹਾਰਿਆ ਨਹੀਂ ਜਾਂਦਾ, ਇੱਕ ਹਫ਼ਤਾ ਰਹਿੰਦਾ ਉਹ ਲਗਾਤਾਰ। ਉਦੋਂ ਇਹ ਪੌਣ ਚੱਕਰ ਹੀ ਵਿੰਨ ਰਹੀ ਹੁੰਦੀ ਅੰਦਰਲੇ ਪਾਸੇ। ਕਦੇ ਐਸਾ ਵੀ ਆ ਜਾਂਦਾ ਕਿ ਖੱਬੀ ਅੱਖ ਵਿੱਚ ਦਰਦ ਹੁੰਦਾ। ਸਿਰਫ ਅਭਿਆਸ ਕਰਨ ਵਾਲੇ ਗੱਲ ਨੋਟ ਕਰਨ। ਬਾਕੀ ਜੇ ਕਿਸੇ ਨੂੰ ਕੋਈ ਬਿਮਾਰੀ ਹੈ, ਕੋਈ ਅਭਿਆਸ ਹੀ ਨਹੀਂ ਕਰਦਾ, ਉਹ ਅਲੱਗ ਗੱਲ ਹੈ। ਖੱਬੀ ਅੱਖ ਵਿੱਚ ਆਤਮਾ ਦਾ ਵਾਸਾ ਹੈ। ਆਪਣੇ ਅਭਿਆਸੀਆਂ ਨੂੰ ਸਭ ਤੋਂ ਪਹਿਲਾਂ ਕਈ ਵਾਰ ਖੱਬੀ ਅੱਖ ਵਿੱਚ ਲਾਈਟ ਨਜ਼ਰ ਆਉਂਦੀ ਹੈ, ਸੱਜੀ ਅੱਖ ਵਿੱਚ ਬੁੱਧੀ ਦਾ ਵਾਸਾ ਹੈ। ਖੱਬੀ ਅੱਖ ਵਿੱਚ ਕਈ ਵਾਰ ਵਾਹੇ ਅਤੇ ਸੱਜੀ ਵਿੱਚ ਗੁਰੂ ਨਜ਼ਰ ਆਉਂਦਾ। ਕਈ ਵਾਰ ਖੱਬੀ ਅੱਖ ਵਿੱਚ ਪਹਿਲੇ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਸੱਜੀ ਅੱਖ ਵਿੱਚ ਨਜ਼ਰ ਆਉਂਦੇ ਨੇ। ਇਹੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ। ਕਈ ਫਿਰ ਬਹੁਤੇ ਲੋਕ ਇਹੋ ਜਿਹੇ ਮਿਲਦੇ ਜਿਹੜੇ ਡਰਦੇ ਹੋਏ ਕਈ ਚੀਜ਼ਾਂ ਛੱਡ ਦਿੰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਤਕੜੇ ਜਿਹੜੇ ਜ਼ੋਰਦਾਰ ਅਭਿਆਸੀ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਦਿਨੇ ਲੱਗੇ ਰਹਿੰਦੇ ਨੇ, ਧਿਆਨ ਲਾਉਂਦੇ ਨੇ, ਸਮਾਧੀ ਲਾਉਂਦੇ ਨੇ, ਧਿਆਨ ਧਾਰਨਾ ਸਮਾਧੀ ਵਿੱਚ ਜਾਂਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਬਹੁਤ ਸਾਰੀਆਂ ਗੱਲਾਂ ਨਾਲ ਨਾਲ ਆਪਾਂ ਕਲੀਅਰ ਵੀ ਕਰਦੇ ਰਹਾਂਗੇ। ਵੈਸੇ ਤਾਂ ਇਹ ਚੀਜ਼ ਕਿਉਂਕਿ 1% ਵੀ ਇੰਨੇ ਨਹੀਂ ਹੈਗੇ, ਇਹਦੇ ਵਿੱਚੋਂ 99% ਤਾਂ ਹੈ ਹੀ ਨਹੀਂ ਇਸ ਪਾਸੇ। 1% ਦਾ ਵੀ ਅੱਗੇ ਫੇਰ 100 ਬਣਾ ਕੇ 100ਵਾਂ ਹਿੱਸਾ ਕਰੀਏ। ਬਾਹਲੀ ਜੇ ਕਿਸੇ ਨੂੰ ਲੋੜ ਹੋਵੇ ਉਹ ਪੁੱਛ ਵੀ ਸਕਦਾ। ਇਹ ਗੱਲ ਆਪਾਂ ਇਕੱਲੇ ਬਹਿ ਕੇ ਵੀ ਕਰ ਸਕਦੇ ਹਾਂ, ਕਿਉਂਕਿ ਸਾਰਿਆਂ ਵਿੱਚ ਚੀਜ਼ਾਂ ਆਪਾਂ ਦੱਸ ਤਾਂ ਦਿੰਦੇ ਹਾਂ। ਕਈ ਲੋਕੀ ਵਿਚਾਰੇ ਬਹੁਤ ਹੀ ਜ਼ਿਆਦਾ ਮੋਟੇ ਦਿਮਾਗ ਦੇ, ਫਿਰ ਉਹ ਕਈ ਵਾਰ ਇਹਨਾਂ ਗੱਲਾਂ ਨੂੰ ਮਖੌਲ ਵੀ ਸਮਝਦੇ ਆ, ਗਲਤ ਵੀ ਕਹਿੰਦੇ ਆ, ਕਿਉਂਕਿ ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ। ਜਿਹੜੇ ਮਨੁੱਖ ਜੂਨੀ ਪਾ ਕੇ ਡੰਗਰ ਦੀ ਜੂਨੀ ਜਿਉਂ ਰਹੇ ਨੇ, ਸਿਰਫ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਉਹਨਾਂ ਲੋਕਾਂ ਦੀਆਂ ਚੀਜ਼ਾਂ ਨਹੀਂ ਹਨ ਇਹ। ਬੇਸ਼ੱਕ ਉਹਨਾਂ ਨੂੰ ਜੇ ਨਹੀਂ ਵੀ ਚੰਗੀਆਂ ਲੱਗਦੀਆਂ, ਉਹ ਭਾਵੇਂ ਨਾ ਵੀ ਸੁਣੋ, ਕੋਈ ਗੱਲ ਨਹੀਂ, ਕਿਉਂਕਿ ਤੁਹਾਡਾ ਵਿਸ਼ਾ ਹੀ ਨਹੀਂ ਹੈ। ਖਾਸ ਕਰਕੇ ਜਿਹੜੇ ਲੋਕ ਨਾਸਤਕ ਟਾਈਪ ਨੇ, ਉਹਨਾਂ ਲੋਕਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਵਕੀਲਾਂ ਨੂੰ ਤਾਂ ਖਾਸ ਕਰਕੇ ਬਹੁਤਾ ਹੀ ਨਹੀਂ ਪਤਾ, ਉਹ ਤਾਂ ਹੋਰ ਹੀ ਹਵਾ 'ਚ ਤੁਰੇ ਫਿਰਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਸਰੀਰ ਦੇ ਅੰਦਰ ਕਿਹੜੀ ਵਾਯੂ ਕਿੱਥੇ ਕਿੱਥੇ ਕੰਮ ਕਰਦੀ ਹੈ। ਨਾਭ ਮੈਂ ਸਮਾਨ, ਇਹ ਨਾਭ ਹੁੰਦੀ ਧੁੰਨੀ ਦੇ ਵਿੱਚ ਸਮਾਨ ਵਾਯੂ ਹੈ। ਕੰਠ ਦੇ ਵਿੱਚ, ਗਲੇ ਦੇ ਵਿੱਚ ਉਦਿਆਨ ਵਾਯੂ ਕੰਮ ਕਰਦੀ ਹੈ, ਕਿਉਂਕਿ ਇੱਥੇ ਫਿਰ ਜਾਪ ਵੀ ਚੱਲਦੇ ਨੇ। ਕੰਠ ਵਿੱਚ ਜਾਪ ਚੱਲਦਾ, ਧੁੰਨੀ ਵਿੱਚ ਜਾਪ ਚੱਲਦਾ, ਹਿਰਦੇ ਵਿੱਚ ਜਾਪ ਚੱਲਦਾ। ਇਸੇ ਪ੍ਰਕਾਰ ਆਗਿਆ ਚੱਕਰ ਵਿੱਚ ਵੀ, ਤ੍ਰਿਕੁਟੀ ਵਿੱਚ ਵੀ, ਤ੍ਰਿਕੁਟੀ ਸੰਧ ਮੈਂ ਪੇਖਿਆ। ਸੋ ਇਸ ਤਰ੍ਹਾਂ 10ਵੇਂ ਦੁਆਰ ਤੱਕ ਵੀ ਜੀਵ ਜਾਂਦਾ ਭਗਤੀ ਦੇ ਨਾਲ। 2 ਰਸਤੇ ਨੇ, ਇੱਕ ਹਠ ਯੋਗ ਹੈ, ਇੱਕ ਸਹਿਜ ਯੋਗ ਹੈ। ਹਠ ਯੋਗ ਯੋਗੀਆਂ ਨੇ ਆ ਕਰ ਰਹੇ ਨੇ, ਦੱਸ ਰਹੇ ਨੇ ਮਹਾਰਾਜ। ਆਪਣੇ ਕੋਲ ਸਹਿਜ ਯੋਗ ਹੈ। ਸਹਿਜ ਯੋਗ ਵਿੱਚ ਸਿਰਫ ਧੁਨ ਮੈਂ ਧਿਆਨ ਮੈਂ ਜਾਣਿਆ, ਗਾਵੀਆ ਸੁਣੀਆ, ਮਨ ਰੱਖੀਆ ਭਾਉ। ਤੇ ਇਸ ਤਰ੍ਹਾਂ ਅਥਵਾ ਜਿਵੇਂ ਸਵੇਰੇ ਵੀ ਅੰਮ੍ਰਿਤ ਵੇਲੇ ਕਥਾ 'ਚ ਆਇਆ ਸੀ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੇ ਸਰੂਪ ਨੂੰ, ਗੁਰ ਮੰਤਰ ਨੂੰ, ਇੱਕ ਓਂਕਾਰ ਦਾ ਧਿਆਨ ਕਰ ਸਕਦੇ ਹਾਂ ਆਪਾਂ, ਕਿਉਂਕਿ ਗੁਰ ਸ਼ਬਦ, ਗੁਰ ਮੂਰਤ ਗੁਰ ਸ਼ਬਦ ਹੈ। ਵਾਹਿਗੁਰੂ ਮੰਤਰ ਦਾ ਧਿਆਨ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਨਾ, ਇਸ ਤਰ੍ਹਾਂ ਕਰਨ ਦੇ ਨਾਲ ਮਸਤਕ ਦੇ ਵਿੱਚ ਇਹਨਾਂ ਧਿਆਨਾਂ ਨੂੰ ਲਾ ਕੇ ਦੇਖਣਾ। ਇੱਕ ਤਾਂ ਹੁੰਦੀਆਂ ਥਿਊਰੀਆਂ, ਉਹ ਥਿਊਰੀਆਂ ਵਾਲੇ ਇਹਨਾਂ ਚੀਜ਼ਾਂ ਵੱਲ ਨਹੀਂ ਜਾਂਦੇ। ਇੱਕ ਹੁੰਦੇ ਪ੍ਰੈਕਟੀਕਲੀ ਲਾਈਫ, ਉਹ ਪ੍ਰੈਕਟੀਕਲੀ ਤੌਰ 'ਤੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਕਰਦੇ ਹਾਂ, ਫਿਰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ। ਨਾਲੇ ਪ੍ਰੈਕਟੀਕਲ ਵਾਲਿਆਂ ਦੇ ਕੋਲ ਹੀ ਜਦੋਂ ਬਹਿ ਜਾਂਦੇ ਹਾਂ, ਦੱਸਦੇ ਨੇ ਕਿ ਮਸਤਕ ਦੇ ਉੱਤੇ ਵਾਹਿਗੁਰੂ ਚਮਕਦਾ ਨਜ਼ਰ ਆ ਰਿਹਾ।
ਇੱਕ ਓਂਕਾਰ ਚਮਕ ਰਿਹਾ। ਇੱਕ ਓਂਕਾਰ ਬਿਲਕੁਲ ਉੱਪਰ ਸਿਰ ਦੇ ਉੱਤੇ ਇੱਕ ਓਂਕਾਰ ਹੁੰਦਾ ਹਰੇਕ ਦੇ, ਹਰ ਇੱਕ ਦੇ ਉੱਤੇ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਕਿਉਂਕਿ ਇੱਕ ਓਂਕਾਰ ਦਾ ਸਾਰਾ ਪਸਾਰਾ ਹੈ। ਇੱਕ ਓਂਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਉੱਪਰ ਬਹੁਤ ਵੱਡਾ ਇੱਕ ਓਂਕਾਰ ਹੁੰਦਾ ਹਮੇਸ਼ਾ। ਇਹ ਦੱਸਣਾ ਚੰਗਾ ਹੁੰਦਾ ਕਿ ਪਤਾ ਲੱਗ ਜੇ ਆਪਾਂ ਨੂੰ ਕਿ ਕਿੱਥੇ ਕੀ ਹੈ। ਚਲੋ ਨਹੀਂ ਦਿਖਦਾ, ਅਨੁਭਵ ਕਰ ਲਓ। ਆਪਣੇ ਖਿਆਲ ਨਾਲ ਆਪਣੇ ਸਿਰ ਤੇ ਇੱਕ ਓਂਕਾਰ ਬਣਾਓ। ਗੁਰੂ ਗ੍ਰੰਥ ਸਾਹਿਬ ਦੇ ਇੱਕ ਓਂਕਾਰ ਉੱਪਰ ਖਿਆਲ ਨਾਲ ਹੀ ਦੇਖੋ। ਮਸਤਕ 'ਚ ਇੱਕ ਓਂਕਾਰ ਦਾ ਦਰਸ਼ਨ ਕਰੋ, ਵਾਹਿਗੁਰੂ ਮੰਤਰ ਦਾ ਦਰਸ਼ਨ ਕਰੋ। ਇਹਦੇ ਨਾਲ ਫਿਰ ਸਾਡੇ ਅੰਦਰ ਇਕਾਗਰਤਾ ਜਿਹੜੀ ਆ ਜ਼ਿਆਦਾ ਵੱਧ ਜਾਂਦੀ ਹੈ। ਮਨ ਇੱਧਰ ਉੱਧਰ ਭਟਕਦਾ ਨਹੀਂ, ਜਾਂਦਾ ਨਹੀਂ। ਇਹ ਸਾਰੀਆਂ ਜਿਤਨੀਆਂ ਪੌਣਾਂ ਹਨ, ਇਹ ਯੋਗੀ ਲੋਕ ਪੌਣਾਂ ਨੂੰ ਰੋਕ ਕੇ ਚੱਕਰ ਵਿੰਨ੍ਹਦੇ ਨੇ। ਉਹਨਾਂ ਨੂੰ ਯੋਗਾਨੰਦ ਪ੍ਰਾਪਤ ਹੁੰਦਾ। ਗੁਰਸਿੱਖ ਅਭਿਆਸ ਕਰਦੇ ਨੇ ਨਾਮ ਦਾ। ਇਹਨਾਂ ਸਾਰਿਆਂ ਚੱਕਰਾਂ ਨੂੰ ਨਾਮ ਹੀ ਵਿੰਨ੍ਹ ਦਿੰਦਾ, ਕਿਉਂਕਿ ਨਾਮ ਵਿੱਚ ਬਹੁਤ ਜ਼ਿਆਦਾ ਤਾਕਤ ਹੈ। ਨਾਮ ਦੇ ਨਾਲ ਹੀ ਸਭ ਕੁਝ ਹੋ ਜਾਂਦਾ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ, ਸੁਣਿਆ ਜੋਗ ਜੁਗਤ ਤਨ ਭੇਦ। ਨਾਮ ਨੂੰ ਕੰਨਾਂ ਨਾਲ ਸੁਣੀ ਜਾਓ ਤਾਂ ਯੋਗ ਦੀਆਂ ਜੁਗਤੀਆਂ, ਤਨ ਸਰੀਰ ਦੇ ਜਿਹੜੇ ਭੇਦ ਨੇ, ਜਿਹੜੇ ਆ ਮਹਾਰਾਜ ਨੇ ਦੱਸੇ ਨੇ, 72 ਕਰੋੜ 72 ਲੱਖ 2200, ਹੁਣ ਖੋਜ ਕੀਤੀ 10 ਨਾੜੀਆਂ ਨੇ ਕੁੱਲ। ਸਾਰੀ ਧਰਤੀ ਦੇ ਉਦਾਲੇ ਜੇ ਜਿਵੇਂ ਸੂਤ ਦਾ ਜਾਂ ਧਾਗੇ ਨਾਲ ਧਾਗਾ ਲਪੇਟ ਦੀਏ ਧਰਤੀ ਤੇ ਇੱਕ ਵਾਰੀ ਸਾਰੀ ਤੇ, ਇਹੋ ਜਿਹੇ ਜੇ 4 ਗੇੜੇ ਦਈਏ ਧਾਗਿਆਂ ਦੇ, ਕੁੱਲ ਨਾੜਾਂ ਆਪਣੀਆਂ ਇੰਨੀਆਂ ਨੇ ਸਰੀਰ ਦੀ। ਇੱਕ ਬੰਦੇ ਦੀ ਨਾੜਾਂ ਸਾਰੀ ਧਰਤੀ ਦਾ 4 ਵਾਰੀ ਚੱਕਰ ਲਾ ਸਕਦੀਆਂ, ਲਪੇਟਣੀਆਂ ਹੋਣ ਜੇ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਗਿਆਨ ਹੈ। ਸਿਰਫ ਇਹਦਾ ਹੈ ਜਨਰਲ ਨੌਲੇਜ। ਇਸ ਤਰ੍ਹਾਂ ਇੱਕ ਹੁੰਦਾ ਹੈ ਗਿਆਨ, ਇੱਕ ਹੁੰਦਾ ਰੱਬੀ ਗਿਆਨ। ਇਹ ਸਿਰਫ ਗਿਆਨ ਵਿੱਚ ਚੀਜ਼ਾਂ ਆ ਜਾਂਦੀਆਂ ਨੇ। ਇਹ ਚੰਗੀ ਗੱਲ ਹੈ। ਇੱਧਰ ਨੂੰ ਜੇ ਧਿਆਨ ਲੱਗ ਜੇ, ਟੀਵੀ ਤੋਂ ਖਹਿੜਾ ਛੁੱਟਦਾ, ਹੋਰ ਦੁਨੀਆ ਦੇ ਸਵਾਦਾਂ ਤੋਂ ਖਹਿੜਾ ਛੁੱਟਦਾ। ਮਾੜੀਆਂ ਨਹੀਂ ਹਨ, ਊਂ ਵੀ ਤਾਂ ਫਿਰ ਇੱਧਰ ਉੱਧਰ ਧਿਆਨ ਲੱਗਦਾ ਹੀ ਆ। ਬਾਣੀ ਪੜ੍ਹਦਿਆਂ ਮਨ ਇੱਧਰ ਉੱਧਰ ਜਾਂਦਾ ਹੀ ਆ। ਉਹਦੇ ਨਾਲੋਂ ਤਾਂ ਫਿਰ ਇਸ ਤਰ੍ਹਾਂ ਧਿਆਨ ਲਾ ਕੇ ਅਭਿਆਸ ਕਰਨ ਵਿੱਚ ਘੱਟੋ ਘੱਟ ਮਨ ਦੀ ਇਕਾਗਰਤਾ ਹੋ ਜਾਂਦੀ ਹੈ। ਬਾਣੀ ਪੜ੍ਹਦੇ ਜਾਓ, ਕੰਨਾਂ ਨਾਲ ਸੁਣਦੇ ਜਾਓ। ਇਹ ਬੜਾ ਸੋਹਣਾ ਤਰੀਕਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਸਿੱਧਾਂ ਨੂੰ ਸਮਝਾ ਰਹੇ ਨੇ, ਉੱਥੇ ਆਪਾਂ ਵੀ ਆਪਣੇ ਮਤ ਅਨੁਸਾਰ ਨਾਲ ਨਾਲ ਇਸ ਗੱਲ ਦੀ ਸਿੱਖਿਆ ਲੈਣੀ ਆ। ਕਥਾ ਵਿੱਚ ਬੈਠ ਕੇ ਵੀ ਆਪਾਂ ਇਹ ਅਭਿਆਸ ਲਗਾਤਾਰ ਕਰ ਸਕਦੇ ਹਾਂ ਕਿ ਵਾਹਿਗੁਰੂ ਮੰਤਰ ਦਾ ਧਿਆਨ ਜਾਂ ਇੱਕ ਓਂਕਾਰ ਦਾ ਧਿਆਨ, ਤੇ ਨਾਲ ਨਾਲ ਕਥਾ ਸ਼ਰਵਣ ਕਰ ਸਕਦੇ ਹਾਂ। ਮੂੰਹ ਨਾਲ ਵੀ ਵਾਹਿਗੁਰੂ ਕਹਿ ਸਕਦੇ ਹਾਂ। ਤੇ ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਲਾਹੇ ਨੂੰ ਵਧਾ ਸਕਦੇ ਹਾਂ। ਵਿਆਪਕ ਬਿਆਨ ਤਨ ਨਾਗ ਉਦਗਾਰ ਕਰ, ਕੂਰਮ ਸਲੋਚਨ ਕੀ ਪਾਲਕ ਖੁੱਲੇ ਹੰਸੋ। ਹੁਣ ਇਹ ਜਿਹੜਾ ਹੈ ਵਿਆਪਕ ਹੁੰਦੀ ਹੈ ਇੱਕ ਸਾਡੇ ਅੰਦਰ ਸਰੀਰ ਸਾਰੇ ਵਿੱਚ। ਉਹ ਜਿਹੜੀ ਹਵਾ ਸਰੀਰ ਦੇ ਵਿੱਚ ਵਿਆਪਕ ਬਿਆਨ ਕਹਿੰਦੇ ਨੇ ਉਹਨੂੰ, ਉਹ ਸਾਰੇ ਸਰੀਰ ਵਿੱਚ ਇੱਕ ਸਮਾਨ ਹੁੰਦੀ ਹੈ। ਜਿਹੜੀ ਸਾਡੇ BP ਹੁੰਦਾ, ਖੂਨ ਦਾ ਸਰਕਲ ਚੱਲਦਾ ਸਾਰੇ ਖੂਨ 'ਚ, ਇਹਨੂੰ ਕਹਿੰਦੇ ਨੇ ਉਹ ਹਵਾ ਲੈ ਕੇ ਜਾਂਦੀ ਹੈ ਸਾਰੇ ਪਾਸੇ। ਤਾਂ ਇਸ ਪ੍ਰਕਾਰ ਹੀ ਨਾਗ ਉਦਾਗਰ ਕਰੈ। ਨਾਗ ਪਾਉਣ ਜਿਹੜੀ ਹੈ, ਜਿਹੜਾ ਸਾਨੂੰ ਡਕਾਰ ਆਉਂਦਾ, ਇਹ ਨਾਗ ਪਾਉਣ ਦੇ ਨਾਲ ਆਉਂਦਾ। ਪਾਉਣ ਹੀ ਕਿੰਨੇ ਪ੍ਰਕਾਰ ਦੇ ਕਰਮ ਕਰਦੀ ਹੈ। ਕੂਰਮ ਸੋ ਲੋਚਨ ਕੀ ਪਲਕ ਖੁਲਾਨ ਸੋ। ਜਿਹੜੀ ਕੂਰਮ ਪਾਉਣ ਦੱਸੀ ਹੈ, ਇਹ ਜਿਹੜੀਆਂ ਅੱਖਾਂ ਦੀਆਂ ਪਲਕਾਂ ਆਪਣੀਆਂ ਬੰਦ ਹੁੰਦੀਆਂ ਖੁੱਲ੍ਹਦੀਆਂ ਨੇ, ਇਹ ਕੂਰਮ ਪਾਉਣ ਕਰਦੀ ਹੈ। ਅੱਖਾਂ ਦੀ ਪਲਕ ਖੁੱਲਣੀ ਬੰਦ ਹੋਣੀ। ਕਿਰਕਲ ਪਾਏ ਸਿਕ ਦੇਵ ਦਤ ਜੰਬਨ ਕੀ, ਮਿਰਤ ਤੇ ਤਨੱਜੇ ਰਹੇ ਇਹੀ 10 ਪ੍ਰਾਨ ਸੋ। ਹੁਣ ਇੱਕ ਹੁੰਦੀ ਕ੍ਰਿਕਲ ਪਾਉਣ ਸਰੀਰ ਵਿੱਚ। ਇਹ ਕ੍ਰਿਕਲ ਪਾਉਣ ਜਿਹੜੀ ਹੈ ਸਰੀਰ ਦੇ ਅੰਦਰ, ਜਿਹੜੀ ਆਪਾਂ ਨੂੰ ਛਿੱਕ ਆਉਂਦੀ ਹੈ, ਇਹ ਕ੍ਰਿਕਲ ਪਾਉਣ ਦੇ ਨਾਲ ਆਉਂਦੀ ਹੈ। ਇਸੇ ਪ੍ਰਕਾਰ
ਦੇਵਦੱਤ ਜਿਹੜੀ ਹੈ ਜੰਭਣੀ ਕੀ ਜੰਭਣੀ ਹੁੰਦੀ ਆ ਜੰਭਾਈ ਕਹਿੰਦੇ ਉਬਾਸੀ ਲੈਣ ਨੂੰ। ਦੇਵਦੱਤ ਪਾਉਣ ਦੇ ਨਾਲ ਆ ਜਿਹੜੀ ਆਪਾਂ ਉਬਾਸੀ ਲੈਂਦੇ ਉਹ ਆਉਂਦੀ ਹੈ। ਮ੍ਰਿਤ ਪਿਤ ਨੱਜੇ ਰਹਿ ਇਹੀ 10 ਪ੍ਰਾਨ। ਸੋ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਹੈ, ਕਈ ਕਹਿੰਦੇ ਉਹਦਾ ਪੇਟ ਫੁੱਲ ਗਿਆ ਚੜ੍ਹਾਈ ਤੋਂ ਬਾਅਦ, ਸਰੀਰ ਨੂੰ ਫੁਲਾਉਂਦੀ ਹੈ, ਪੇਟ ਫੁੱਲ ਜਾਂਦਾ ਮਰਨ ਤੋਂ ਬਾਅਦ, ਇਹ ਧਨੱਜੇ ਪਾਉਣਾ ਹੈ। ਇਸ ਤਰ੍ਹਾਂ ਸਰੀਰ ਦੇ ਅੰਦਰ 10 ਪਾਉਣਾ ਕੰਮ ਕਰਦੀਆਂ ਹਨ। ਨਿਜਰ ਚੁਆਏ ਤਾਰ ਤਾਹੀ ਤੇ ਅਗਾਏ ਰਹਿ ਕਹੋ ਅਬ ਪੰਜ ਤਤ ਸੁਨੀਏ ਸਜਨ ਸੋ। ਇਹਦੇ ਨਾਲ ਜਦੋਂ ਇਹ ਧਿਆਨ ਲਾਉਂਦੇ ਨੇ ਯੋਗਾਨੰਦ ਦਾ, ਨਿੱਜਰ ਹੁੰਦਾ, ਬਾਣੀ ਦਾ ਅੱਖਰ ਹੈ ਨਿੱਜਰ। ਤੋ ਨਿੱਜਰ ਤੋਂ ਭਾਵ ਹੁੰਦਾ ਇੱਕ ਰਸ, ਚੁਆਏ ਧਾਰ ਤਾਹੀ ਤੇ ਅਗਾਏ। ਉਹਦੇ ਨਾਲ ਜੋਗੀ ਲੋਕ ਤ੍ਰਿਪਤ ਹੋ ਜਾਂਦੇ ਨੇ। ਇਹਨਾਂ ਦਾ ਕੌਲ ਫੁੱਲ ਜਿਹੜਾ ਹਰੇਕ ਦੇ ਆਪਣੇ ਸਰੀਰ ਅੰਦਰ, ਕਮਲ ਫੁੱਲ ਜਿਹੜਾ ਹਿਰਦੇ 'ਚ ਹੈ, 16 ਪੰਖੜੀਆਂ ਜਿਹਦੀਆਂ ਹੁੰਦੀਆਂ ਨੇ, ਉਹ ਮੁੱਦਾ ਹੋਇਆ ਹੁੰਦਾ, ਪੁੱਠਾ ਹੁੰਦਾ। ਬਾਣੀ ਅੰਦਰ ਬਹੁਤ ਕਥਾ ਵਿੱਚ ਆ ਰਿਹਾ, ਸਵੇਰ ਦੀ ਕਥਾ 'ਚ ਇਹ ਚੀਜ਼ਾਂ ਸਾਰੀਆਂ ਆ ਜਾਂਦੀਆਂ ਨੇ। ਕਈਆਂ ਨੇ ਵਿਚਾਰਿਆਂ ਨੇ ਜਪਜੀ ਸਾਹਿਬ ਵੀ ਨਹੀਂ ਪੜ੍ਹਿਆ ਹੁੰਦਾ, ਉਹ ਕਹਿਣਗੇ ਇਹ ਕਿੱਥੇ ਲਿਖਿਆ, ਜਾਂ ਇਹ ਤਾਂ ਸਿੱਖਾਂ ਦੀਆਂ ਚੀਜ਼ਾਂ ਦੀਆਂ, ਯੋਗੀਆਂ ਦੀਆਂ ਗੱਲਾਂ ਨੇ। ਪਹਿਲਾਂ ਧਿਆਨ ਨਾਲ ਕਥਾ ਤਾਈਓ ਸ਼ੁਰੂ ਕੀਤੀ ਹੈ ਵੀ ਧਿਆਨ ਨਾਲ ਸੁਣ ਲਵੋ ਤੁਸੀਂ, ਤਾਂ ਕਿ ਇਹਨਾਂ ਗੱਲਾਂ ਦਾ ਪਤਾ ਲੱਗ ਜਾਏ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੀ ਕੀ ਲਿਖਿਆ ਹੋਇਆ ਹੈ। ਇਹ ਜਿਹੜਾ ਯੋਗਾ ਆਨੰਦ ਆਉਂਦਾ, ਇਹਦੇ ਨਾਲ ਫਿਰ ਅੰਦਰ ਕੌਲ ਫੁੱਲ ਜਿਹੜਾ ਕਮਲ ਹੈ, ਹਿਰਦਾ ਕਮਲ ਹੈ, ਸਿੱਧਾ ਹੁੰਦਾ। ਜਦੋਂ ਇਹ ਪੁੱਠਾ ਹੁੰਦਾ, ਇਹਦੇ ਉੱਤੇ ਉਹ ਜਾ ਕੇ ਜੋਗੀਆਂ ਦੀ ਜਿਹੜੀ ਚੀਜ਼ ਮੈਂ ਦੱਸ ਰਿਹਾ ਹਾਲੇ, ਮਿੱਠੀ ਕਫ ਡਿੱਗਦੀ ਆ, ਉਹਦੇ ਨਾਲ ਵਾਏ ਪਿੱਤ ਕਫ 3 ਰੋਗ ਹੁੰਦੇ ਨੇ। ਜਦੋਂ ਇਹੀ ਸਿੱਧਾ ਹੋ ਜਾਂਦਾ ਕਮਲ ਫੁੱਲ, ਇਹਦੇ ਉੱਤੇ ਜਦੋਂ ਜਾ ਕੇ ਕਫ ਡਿੱਗਦੀ ਆ, ਤਾਂ ਉਸ ਵਕਤ ਇਹ ਕਮਲ ਦਾ ਫੁੱਲ ਖਿੜਦਾ ਸੋਹਣਾ, ਰਸ ਪੈਦਾ ਹੁੰਦਾ, ਇਹਦੇ ਨਾਲ ਚਿਹਰਾ ਲਾਲ ਹੁੰਦਾ, ਵਾਏ ਪਿੱਤ ਕਫ ਖਤਮ ਹੁੰਦਾ, ਮਨ ਦੀ ਇਕਾਗਰਤਾ ਹੁੰਦੀ ਹੈ, ਸਰੀਰ ਦੀ ਸਾਰੀ ਸੈਟਿੰਗ ਆਪਣੇ ਆਪ ਹੋ ਜਾਂਦੀ ਹੈ। ਇਸ ਤਰ੍ਹਾਂ ਜੋਗੀ ਲੋਕ ਕਰਦੇ ਨੇ। ਕਹੋ ਅਬ ਪੰਜ ਤਤ ਸੁਣੀਏ ਸੁਜਾਨ ਸੋ। ਕਹਿੰਦੇ ਸਿਆਣੇ ਹੁਣ ਅੱਗੇ ਸੁਣ ਤੈਨੂੰ ਦੱਸਦੇ ਆ ਇਹ 5 ਤਤ ਜਿਹੜੇ ਹੁੰਦੇ ਨੇ ਕਿਹੜੇ ਹੁੰਦੇ ਹਨ। ਕਉ ਪੌਨ ਬੰਨਹਿ ਪਾਨੀ ਸੋਨੀ ਪੰਚ ਤਤ ਗੁਣ ਸ਼ਬਦ ਸਪਰਸ ਰੂਪ ਰਸ ਗੰਧ ਮਾਨਸ। ਹੁਣ ਇਹਦੇ ਵਿੱਚ ਜਿਹੜੀ ਖੰਗ ਹੁੰਦੀ, ਆਕਾਸ਼, ਖੰਗ ਜਾਂ ਖੈ, ਤੋ ਇਸ ਪ੍ਰਕਾਰ ਆਕਾਸ਼ ਤੱਤ ਹੁੰਦਾ, ਪੌਣ ਵਾਯੂ ਤੱਤ ਹੁੰਦਾ, ਬੰਨ ਅਗਨੀ ਤੱਤ ਹੁੰਦਾ, ਤੇ ਫਿਰ ਪਾਣੀ ਤੇ ਛੋਨੀ ਹੁੰਦੀ ਧਰਤੀ। ਫਿਰ ਇਹਨਾਂ 5 ਤੱਤਾਂ ਦੇ ਗੁਣ ਕੀ ਨੇ। ਆਕਾਸ਼ ਤੱਤ ਵਿੱਚ ਸ਼ਬਦ ਆਕਾਸ਼ ਤੱਤ ਵਿੱਚੋਂ ਹੈ, ਪੌਣ ਵਿੱਚੋਂ ਸਪਰਸ਼ ਹੈ, ਅੱਗ ਦੇ ਵਿੱਚੋਂ ਫਿਰ ਰੂਪ ਹੈ। ਇਸੇ ਪ੍ਰਕਾਰ ਪਾਣੀ ਦੇ ਵਿੱਚੋਂ ਰਸ ਤੱਤ ਪੈਦਾ ਹੁੰਦਾ। ਜਿਹੜੀ ਆਪਣੀ ਜੀਭ ਤੇ ਪਾਣੀ ਆਉਂਦਾ, ਜੀਭ ਦੇ ਵਿੱਚ ਪਾਣੀ ਦਾ ਹੀ ਤੱਤ ਹੈ। ਜਿਹੜੇ ਨੱਕ ਨਾਲ ਗੰਧ ਖੁਸ਼ਬੂ ਬਦਬੂ ਆਉਂਦੀ ਆ, ਇਹ ਧਰਤੀ ਦਾ ਤੱਤ ਹੈ। ਇਸ ਤਰ੍ਹਾਂ ਇਹਨਾਂ 5 ਤੱਤਾਂ ਤੋਂ ਇਹ ਚੀਜ਼ਾਂ ਬਣਦੀਆਂ ਹਨ। ਨਭ ਕਾਨ ਪੌਨ ਤੁਚਾ ਪਾਵਕ ਕੀ ਨੈਣ ਜਾਨਾ, ਜਿਹੀ ਪਾਣੀ ਘਰਾਨ ਸ਼ਤ ਪੰਚ ਇੰਦਰੀ ਗਿਆਨ ਸੋ। ਜਿਹੜਾ ਆਕਾਸ਼ ਤੱਤ ਹੈ, ਇਹਦੇ ਤੋਂ ਕਿਹੜੀ ਇੰਦਰੀ, ਸਾਡੇ ਸਰੀਰ ਦਾ ਕਿਹੜਾ ਇੰਦਰਾ ਪ੍ਰਭਾਵਿਤ ਹੈ। ਕਹਿੰਦੇ ਉਹ ਹੈ ਸਾਡਾ ਆਕਾਸ਼ ਤੱਤ ਤੋਂ ਕੰਨ। ਕੰਨ ਅੰਦਰੋਂ ਦੇਖੋ ਖਾਲੀ ਨੇ ਆਕਾਸ਼ ਵਾਂਗੂ। ਕੰਨ ਆਕਾਸ਼ ਤੱਤ ਨੂੰ ਗ੍ਰਹਿਣ ਕਰਦੇ ਨੇ, ਉਹ ਤੋਂ ਬਣੇ ਨੇ। ਤੇ ਫਿਰ ਜਿਹੜਾ ਸਾਡੀ ਚਮੜੀ ਹੈ, ਇਹ ਵਾਯੂ ਤੱਤ ਤੋਂ ਹੈ, ਹਵਾ ਤੋਂ ਬਣੀ। ਫਿਰ ਪਾਵਕ ਕੀ ਨੈਣ ਜਾਨ। ਫਿਰ ਅੱਗੇ ਜਿਹੜੀ ਅਗਨੀ ਤੱਤ ਹੈ, ਇਹਦੇ ਤੋਂ ਨੈਣ ਭਾਵ ਅੱਖਾਂ ਨੇ ਸਾਡੀਆਂ। ਇਹਨਾਂ ਦੇ ਸੁਭਾਅ ਅੱਖਾਂ ਦੇ ਤੇ ਅੱਗ ਦਾ ਇੱਕੋ ਜਿਹਾ ਹੁੰਦਾ, ਨਾ ਤਾਂ ਕਦੇ ਅੱਗ ਰਜਦੀ ਹੈ ਨਾ ਅੱਖਾਂ ਰਜਦੀਆਂ ਨੇ। ਇਸ ਤਰ੍ਹਾਂ ਇਹਨਾਂ ਨੂੰ ਨਾਲ ਮਿਲਾਈਦਾ। ਆਕਾਸ਼ ਵਿੱਚ ਜਿੰਨਾ ਮਰਜ਼ੀ ਛੱਡੀ ਜਾਓ ਕੁਛ ਵੀ, ਉਹ ਇਸੇ ਤਰ੍ਹਾਂ ਕੰਨਾਂ ਦੇ ਵਿੱਚ ਵੀ ਉਹੀ ਚੀਜ਼ ਹੈ। ਪਾਉਣ ਦੇ ਨਾਲ ਤਵਚਾ ਸਪਰਸ਼ ਦਾ ਗੁਣ ਆ ਜਾਂਦਾ ਇਹ 'ਚ। ਤੋ ਜਿਹੀ ਪਾਣੀ, ਜੇਬਾ ਜਿਹੜੀ ਸਾਡੀ ਹੈ ਇਹ ਪਾਣੀ ਤੱਤ ਤੋਂ ਹੈ। ਜੀਭ ਚੋਂ ਪਾਣੀ ਆਈ ਜਾਂਦਾ,
ਘਰਾਣ, ਫਿਰ ਜਿਹੜਾ ਨਾਸਿਕਾ ਹੈ ਸਾਡੀ, ਇਹ ਚਿੱਤ ਹੁੰਦੀ ਪ੍ਰਿਥਵੀ ਦਾ ਤੱਤ। ਪੰਚਾ ਇੰਦਰੀ ਗਿਆਨ ਸੋ, ਇਹ ਗਿਆਨ ਇੰਦਰੀਆਂ ਹਨ ਪੰਜੇ। ਏਕ ਏਕ ਤਤ ਤਾਂ ਕੀ ਪੰਚ ਹੈ ਪ੍ਰਕਿਰਤ ਭਈ, ਲੋਭ ਮੋਹ ਅਹੰ ਦੁਖ ਪ੍ਰੀਤ ਨਭ ਜਾਣੀਏ। ਹੁਣ ਇੱਕ ਇੱਕ ਤੱਤ ਤੋਂ ਅੱਗੇ ਪੰਜ ਪੰਜ ਪ੍ਰਕਿਰਤੀਆਂ ਫੇਰ ਬਣਦੀਆਂ ਨੇ। ਫਿਰ ਇਸ ਪ੍ਰਕਾਰ ਇਹ ਆ ਜਾਂਦੀ ਜਿਹੜੀ ਚੀਜ਼ ਕਿ ਪਹਿਲਾਂ ਆਉਂਦਾ ਹੈ ਲੋਭ, ਮੋਹ, ਹੰਕਾਰ, ਦੁੱਖ, ਪ੍ਰੀਤ ਕਰਨੀ ਕਿਸੇ ਨਾਲ, ਨਭ ਜਾਣੀਏ। ਇਹ ਆਕਾਸ਼ ਦੀ ਪ੍ਰਕਿਰਤੀ ਹੈ। ਆਕਾਸ਼ ਵਿੱਚੋਂ ਇੰਨੀਆਂ ਚੀਜ਼ਾਂ ਇਹ ਤੱਤ ਚੋਂ ਨਿਕਲਦੀਆਂ ਨੇ। ਲੋਭ, ਮੋਹ, ਹੰਕਾਰ, ਦੁੱਖ, ਪ੍ਰੀਤ, ਇਹ ਆਕਾਸ਼ ਤੱਤ ਵਿੱਚੋਂ ਚੀਜ਼ਾਂ ਪ੍ਰਗਟ ਹੁੰਦੀਆਂ ਨੇ। ਪ੍ਰਕਿਰਤੀ ਕੀ ਚੀਜ਼ ਹੁੰਦੀ ਹੈ? ਜਿਵੇਂ ਕਿਸੇ ਬੰਦੇ 5 ਜਾਣੇ ਬੈਠੇ ਨੇ, ਇੱਕ ਕੋਲ 5 ਕੇਲੇ ਨੇ, ਇੱਕ ਕੋਲ 5 ਅਮਰੂਦ ਨੇ, ਇੱਕ ਕੋਲ 5 ਆੜੂ ਨੇ, ਇੱਕ ਕੋਲ 5 ਸੇਬ ਨੇ, ਇੱਕ ਕੋਲ 5 ਨਾਸ਼ਪਾਤੀਆਂ ਨੇ। ਇੱਕ ਕਹਿੰਦਾ ਵੀ ਮੈਂ ਇਕੱਲੇ ਨੇ ਨਹੀਂ ਕੇਲੇ ਖਾਣੇ, ਉਹਨੇ ਇੱਕ ਇੱਕ 5 ਨੂੰ ਵੰਡਿਆ, ਆਪ ਵੀ ਇੱਕ ਲਿਆ, 4 ਨੂੰ ਬਾਕੀ ਵੀ ਦਿੱਤਾ। ਇੱਕ ਨੇ ਸਾਰਿਆਂ ਨੂੰ ਇੱਕ ਇੱਕ ਅਮਰੂਦ ਵੰਡ ਦਿੱਤਾ, ਇੱਕ ਨੇ ਸੰਤਰਾ ਮਾਨੋ। ਇਉਂ 5 ਨੇ 5 ਨੂੰ ਹੀ ਆਪੋ ਆਪਣਾ ਇੱਕ ਇੱਕ ਫਲ ਵੰਡਿਆ। ਤਾਂ ਉਹ 25 ਪ੍ਰਕਿਰਤੀਆਂ ਬਣ ਗਈ। ਇਸ ਤਰ੍ਹਾਂ 5 ਤੱਤਾਂ ਵਿੱਚੋਂ 25 ਪ੍ਰਕਿਰਤੀਆਂ ਜਨਮ ਲੈਂਦੀਆਂ ਨੇ। ਇਹ ਸਰੀਰ ਜਿਹੜਾ ਆਪਾਂ ਕਹਿੰਦੇ ਆ 5 ਤੱਤਾਂ ਦਾ ਬਣਿਆ ਹੋਇਆ, ਇਹਦੇ ਤੋਂ ਅੱਗੇ 25 ਪ੍ਰਕਿਰਤੀਆਂ ਜਦ ਬਣਦੀਆਂ ਨੇ, 25 ਪ੍ਰਕਿਰਤੀਆਂ ਤੋਂ ਸਾਡਾ ਸਰੀਰ ਬਣਦਾ। ਇਹਨੂੰ ਤੱਤ ਵੀ ਕਹਿੰਦੇ। 25 ਤੱਤਾਂ ਤੋਂ ਸੂਖਮ 25 ਤੱਤ ਜਿਹੜੇ ਦੂਜੇ ਹੁੰਦੇ ਨੇ ਪ੍ਰਕਿਰਤੀਆਂ। ਜਦੋਂ ਫਿਰ ਸਰੀਰ ਛੱਡਦਾ ਇਨਸਾਨ, ਉਦੋਂ ਫਿਰ ਇਹ 8 ਤੱਤ ਘਟ ਜਾਂਦੇ ਨੇ ਸਰੀਰ ਦੇ। 17 ਤੱਤਾਂ ਦੀ ਜਿਹੜੀ ਦੇਹੀ ਹੁੰਦੀ ਆ, ਅਸਥੂਲ ਤਾਂ 25 ਪ੍ਰਕਿਰਤੀਆਂ ਦੀ ਆ। 17 ਦੀ ਫਿਰ ਸਾਡੀ ਜਿਹੜੀ ਦੇਹੀ ਅੰਦਰੋਂ ਸੂਖਮ ਨਿਕਲਦੀ ਹੈ, ਜਿਹਨੂੰ ਜਮਦੂਤ ਲੈ ਕੇ ਜਾਂਦੇ ਨੇ, ਉਹ ਹੁੰਦੀ ਹੈ 17 ਦੀ। ਇਸ ਤਰ੍ਹਾਂ ਇਹ 25 ਪ੍ਰਕਿਰਤੀਆਂ ਤੋਂ ਕਿਹੜੀ ਕਿਹੜੀ ਚੀਜ਼ ਬਣੀ ਹੈ, ਉਹ ਅੱਗੇ ਹੋਰ ਦੱਸਦੇ ਹਨ। ਬਲ ਕੋ ਕਰਨ ਆਰ ਧਾਵਨ ਪਸਾਰਨ, ਸੰਕੋਚ ਦੇਹ ਵਧੈ ਸੋ ਸਮੀਰ ਪਹਿਚਾਨੀਏ। ਹੁਣ ਜਿਹੜਾ ਹੈ ਕਹਿੰਦੇ ਨੇ ਹਵਾ ਦਾ ਤੱਤ, ਵਾਯੂ ਦੀ ਪ੍ਰਕਿਰਤੀ ਕਿਹੜੀ ਕਿਹੜੀ ਹੈ, ਇਹਦੇ ਚੋਂ ਕਿਹੜੀ ਕਿਹੜੀ ਚੀਜ਼ ਆਉਂਦੀ ਸਾਹਮਣੇ। ਇਹ ਇੱਕ ਤਾਂ ਹੁੰਦਾ ਜਿਹੜਾ ਜ਼ੋਰ ਹੋਣਾ ਸਰੀਰ ਵਿੱਚ, ਇਹ ਵਾਯੂ ਤੱਤ ਤੋਂ ਬਣਦਾ। ਅਰ ਧਾਵਨ ਜਿਹੜਾ ਹੁੰਦਾ ਵੇਗ, ਵਗਣਾ, ਦੌੜਨਾ ਆਪਣਾ, ਇਹ ਵੀ ਵਾਯੂ ਤੱਤ ਆਪਣੇ ਸਰੀਰ ਵਿੱਚ। ਵਾਯੂ ਤੱਤ ਤੋਂ ਦੌੜਨਾ ਬਣਦਾ। ਪਸਾਰਨ ਹੁੰਦਾ ਜਿਹੜਾ ਫੈਲਣਾ, ਇਹ ਵੀ ਵਾਯੂ ਤੱਤ ਤੋਂ ਬਣਦਾ। ਸਰੀਰ ਫੈਲਦਾ, ਸੁੰਗੜਦਾ। ਸੰਕੋਚ ਹੁੰਦਾ ਇਕੱਠਾ ਹੋਣਾ, ਸਰੀਰ ਨੇ ਸੁੰਗੜ ਗਿਆ। ਦੇਹ ਵਧੈ ਸੋ ਸਮੀਰ ਪਹਿਚਾਨੀਆਂ, ਇਹ ਵਾਯੂ ਦੀ ਪ੍ਰਕਿਰਤੀ ਜਾਣੋ ਬਈ ਸਾਰੀਆਂ ਚੀਜ਼ਾਂ ਇਹ ਵਾਯੂ ਕਰਕੇ, ਹਵਾ ਕਰਕੇ ਬਣਦੀਆਂ ਹਨ। ਨੀਂਦ ਆਉ ਭਾਈ ਭੂਖ ਆਲਸ ਪਿਆਸ ਹੋਏ, ਅਗਨ ਕੇ ਤਤ ਕੀ ਪ੍ਰਕਿਰਤ ਇਹ ਪਰਮਾਨੀ ਹੈ। ਹੁਣ ਜਿਹੜੀ ਨੀਂਦ ਆਉਣੀ ਹੈ, ਅਗਲਾ ਤੱਤ ਦੱਸਦੇ ਨੇ ਕਿਹੜਾ। ਅਗਨੀ ਤੱਤ ਤੋਂ ਆਪਣੇ ਸਰੀਰ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਸੋ ਇਸ ਤਰ੍ਹਾਂ ਕਹਿੰਦੇ ਨੇ ਅਗਨੀ ਤੱਤ ਤੋਂ ਨੀਂਦ ਆਉਣੀ, ਇੱਕ ਤਾਂ ਉਬਾਸੀ ਆਉਣੀ, ਭੁੱਖ ਲੱਗਣੀ, ਕਿਉਂਕਿ ਅੰਦਰ ਜਠਰਾਗਨ ਅਗਨੀ ਵੱਧ ਜਾਂਦੀ ਹੈ ਤੇ ਭੁੱਖ ਲੱਗ ਜਾਂਦੀ ਹੈ। ਜਿਹੜੀ ਸਾਨੂੰ ਆਲਸ ਪੈਂਦੀ ਸਾਰਿਆਂ ਨੂੰ, ਜਿਹੜੀ ਪਿਆਸ ਲੱਗਦੀ ਹੈ, ਇਹ ਅਗਨੀ ਦੇ ਤੱਤ ਨੇ ਸਰੀਰ ਦੇ ਵਿੱਚ। ਜਾਣਨਾ ਕਰੋ। ਰਕਤ ਪਸੀਨਾ ਪਿਤ ਕਫ ਬਿੰਦ ਨੀਰ ਹੂੰ ਕੀ ਚਾਮ, ਹਾੜ ਮਾਸ ਨਾੜੀ ਪ੍ਰੋਮ ਛਿਤ ਭਾਨੀਏ। ਇਹ ਜਿਹੜਾ ਅੱਗੇ ਹੁਣ ਹੋਰ ਕੀ ਕਹੀਦੇ ਨੇ, ਪ੍ਰਿਥਵੀ ਦੀ ਪ੍ਰਕਿਰਤੀ ਕਹਿੰਦੇ ਨੇ। ਹੁਣ ਪ੍ਰਿਥਵੀ ਦੀ ਪ੍ਰਕਿਰਤੀ ਸਰੀਰ ਦੇ ਅੰਦਰ ਕਿਹੜੀ ਕਿਹੜੀ ਹੈ, ਸਰੀਰ ਵਿੱਚ ਕਿਹੜੀ ਕਿਹੜੀ ਚੀਜ਼ ਦਾ ਅਸਰ ਪੈਂਦਾ ਪ੍ਰਿਥਵੀ ਕਰਕੇ, ਉਹ ਤੱਤ ਤੋਂ ਦੱਸਦੇ। ਨੰਬਰ 1 ਤੇ ਖੂਨ ਬਣਨਾ, ਪਸੀਨੇ ਦਾ ਆਉਣਾ, ਪਿੱਤ ਦਾ ਹੋਣਾ, ਗਰਮੀ, ਕਫ ਹੁੰਦੀ ਜਿਹੜੀ ਕਫ ਸਿਰਪ ਪੀਂਦੇ ਆਪਾਂ, ਕਫ ਕਰਕੇ ਹੀ ਪੀਂਦੇ ਹਾਂ, ਉਹਨੂੰ ਕਫ ਕਹਿੰਦੇ ਨੇ। ਇਸ ਤਰ੍ਹਾਂ ਵੀਰ ਜਾਦਕ, ਇਹ ਇਹਦੇ ਤੋਂ ਹੀ ਬਣਦੇ ਸਾਰੇ। ਫਿਰ ਜਲ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਰੀਰ ਦੇ ਅੰਦਰ ਆਪਣੇ ਆ ਜਾਂਦੀਆਂ ਨੇ। ਆਪਾਂ ਕਹਿੰਦੇ ਮੇਰੇ ਅੰਦਰ ਆਹ ਚੀਜ਼ ਆ ਗਈ ਹੈ, ਮੇਰੇ ਸਰੀਰ ਵਿੱਚ ਆਹ ਚੀਜ਼ ਵੱਧ ਗਈ ਹੈ,
ਇਹ ਨੀਰ ਹੂੰ ਕੀ, ਇਹ ਜਲ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਤੱਤ ਦੀਆਂ ਆ ਜਾਂਦੀਆਂ ਹਨ। ਦੋਹਰਾ ਪੰਚ ਤਤ ਕੋ ਕੇ ਕੋਟ ਮਹਿ 25 ਹੈ ਪਰ ਕਿਰਤ। ਪੰਜਾਂ ਤੱਤਾਂ ਦੇ ਕੋਟ ਵਿੱਚ ਇਹ 25 ਪ੍ਰਕਿਰਤੀਆਂ ਆਈਆਂ ਨੇ। ਸੋ ਇਸ ਤਰ੍ਹਾਂ ਇਹ ਜਿਹੜੀ ਭੁੱਖ, ਆਲਸ, ਪਿਆਸ ਆਦਿਕ ਲੱਗਣੀ ਹੈ, ਨੀਂਦ ਤੇ ਉਬਾਸੀ ਆਦਿਕ ਦੱਸਿਆ, ਅੱਗ ਦੀ ਦੇ ਤੱਤ ਤੋਂ ਪ੍ਰਕਿਰਤੀ ਉਹਨਾਂ ਦੀ ਬਣਦੀ ਹੈ। ਖੂਨ, ਪਸੀਨਾ, ਪਿੱਤ, ਕਫ, ਪਾਣੀ, ਵੀਰੀ ਆਦਿਕ, ਇਹ ਸਾਰਾ ਨੀਰ ਹੂੰ ਕੀ, ਪਾਣੀ ਤੋਂ। ਇਸੇ ਤਰ੍ਹਾਂ ਚਾਮ, ਚੰਮ, ਹੱਡ, ਮਾਸ, ਨਾੜੀਆਂ, ਸੋ ਇਸ ਤਰ੍ਹਾਂ ਰੋਮ ਜਿਹੜੇ ਸਰੀਰ ਦੇ ਨੇ ਸਾਡੇ, ਇਹ ਛਿੱਤ ਭਾਨੀਏ, ਇਹ ਪ੍ਰਿਥਵੀ ਦਾ ਤੱਤ ਹੈ। ਧਰਤੀ ਤੋਂ ਕਿਹੜੀ ਚੀਜ਼ ਬਣੀ ਆਪਣੇ ਸਰੀਰ 'ਚ, ਉਸ ਤੱਤ ਤੋਂ। ਕਿਉਂਕਿ ਜਦੋਂ ਆਪਾਂ ਆਮ ਸੰਗਤ ਵਿੱਚ ਵਿਚਰਦੇ ਹਾਂ ਉਦੋਂ ਤਾਂ ਕੋਈ ਗੱਲ ਨਹੀਂ, ਠੀਕ ਹੈ, ਪਰ ਜਦੋਂ ਕਦੇ ਬਾਹਰਲਿਆਂ ਨਾਲ ਸਾਡੀ ਟੱਕਰ ਹੋ ਜਾਂਦੀ ਆ, ਹੋ ਹੀ ਜਾਂਦੀ ਵੀ ਤੁਹਾਨੂੰ ਕੀ ਆਉਂਦਾ ਬਈ। ਹੁਣ ਮਹਾਰਾਜ ਨੂੰ ਕਹਿ ਹੀ ਦਿੱਤਾ, ਭਾਵੇਂ ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ ਨੇ, ਕਹਿੰਦੇ ਤੁਹਾਨੂੰ ਪਤਾ ਇਹ ਚੀਜ਼ਾਂ ਦੀ ਫਿਰ ਪਤਾ ਹੋਣਾ ਚਾਹੀਦਾ ਵਿਆਖਿਆ। ਜੇ ਨਹੀਂ ਆਉਂਦੀ ਤਾਂ ਫਿਰ ਉੱਥੇ ਬੰਦਾ ਡੌਰੂ ਜਿਹਾ ਬਣ ਕੇ ਖੜਾ ਰਹਿੰਦਾ ਵੀ ਸਾਨੂੰ ਤਾਂ ਪਤਾ ਹੀ ਨਹੀਂ, ਇਹਨਾਂ ਕੋਲ ਸਾਨੂੰ ਤਾਂ ਪਤਾ ਨਹੀਂ ਇਹ ਕੀ ਹੁੰਦੀਆਂ ਨੇ। ਉਹ ਕਹਿੰਦਾ ਗਿਆਨ ਨਹੀਂ ਇਸ ਬੰਦੇ ਨੂੰ। ਇਸ ਕਰਕੇ ਇਹ ਸਾਰੀ ਨੌਲੇਜ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਜਿਉ ਬਸੇਰਾ ਤਹਿ ਕਿਓ ਸੁਨ ਲੋ ਰੀਪਾ ਮਿਤ। ਪੰਜ ਤਤ ਕੋ ਕੋਟ ਮਹਿ 25 ਹੈ ਪਰ ਕਿਰਤ। ਪੰਜਾਂ ਤੱਤਾਂ ਦੇ ਕਿਲੇ ਵਿੱਚ, ਸਰੀਰ ਵਿੱਚ ਇਹ ਜਿਹੜੀਆਂ 25 ਪ੍ਰਕਿਰਤੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀਆਂ ਹਨ। ਜਿਉ ਬਸੇਰਾ ਤਹਿ ਕਿਓ ਸੁਨ ਲੋ ਰੀਪਾ ਮਿਤ। ਇਸ ਸਾਡੇ ਜੀਵ ਆਤਮਾ ਨੇ 25 ਪ੍ਰਕਿਰਤੀਆਂ ਦੇ ਸਰੀਰ ਦੇ ਅੰਦਰ ਵਾਸਾ ਕੀਤਾ ਹੈ। ਇਹ ਲੋਹਾ ਰੀਪਾ ਸਿੱਧ ਦਾ ਨਾਮ ਹੈ। ਲੋਹਾ ਰੀਪਾ ਮਿੱਤਰ, ਇਹ ਤੈਨੂੰ ਮੈਂ ਸਾਰਾ ਦੱਸ ਦਿੱਤਾ ਹੈ। ਸਵਈਆ ਸਰੋਨਨ ਸੁਨ ਗੁਣ ਐਨ ਕਹਿ ਬੈਨ ਭਈ ਮਨ ਚੈਨ ਪਛਾਨੇ ਸੁਜਾਨਾ। ਜਦੋਂ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣੇ ਕੰਨਾਂ ਦੇ ਵਿੱਚ ਲੋਹਾ ਰੀਪਾ ਨੇ, ਮਨ ਨੂੰ ਟਿਕਾਓ ਬਣ ਗਿਆ। ਵਾਕਈ ਸਿਆਣੇ ਆ ਬਈ, ਸਾਰੀ ਗੱਲ ਦੱਸ ਦਿੱਤੀ ਹੈ ਮਹਾਰਾਜ ਨੇ। ਇੱਥੇ ਤਾਂ ਕਵੀ ਨੇ ਥੋੜਾ ਸੰਕੋਚ ਕੇ ਲਿਖਿਆ, ਸਤਿਗੁਰੂ ਤਾਂ ਆਰਾਮ ਨਾਲ ਬੈਠੇ ਦੱਸ ਰਹੇ ਨੇ। ਜਦੋਂ ਸਾਰਾ ਕੁਝ ਦੱਸਿਆ ਉਹ ਸੋਚਦਾ ਇੰਨਾ ਤਾਂ ਮੈਂ ਕਦੇ ਗੋਰਖ ਤੋਂ ਵੀ ਨਹੀਂ ਸੁਣਿਆ, ਮੇਰੇ ਗੁਰੂ ਨੂੰ ਵੀ ਇੰਨਾ ਗਿਆਨ ਨਹੀਂ ਹੈ, ਇਹਨਾਂ ਨੇ ਤਾਂ ਮੈਨੂੰ ਬੜੀ ਵਿਆਖਿਆ ਕਰ ਦਿੱਤੀ ਹੈ। ਆਏ ਅਵਤਾਰ ਸਹੀ ਕਰਤਾਰ ਨਿਹਾਰਨ ਕੋ ਜਗ ਕੋ ਨਾ ਸਮਾਨਾ। ਇਹ ਤਾਂ ਵਾਕਈ ਬਈ ਅਵਤਾਰ ਹੈ ਕਰਤਾਰ ਦਾ, ਕਰਤਾਰ ਹੀ ਆਇਆ ਹੋਇਆ। ਤੋ ਜੱਗ ਦੇ ਵਿੱਚ ਇਹਨਾਂ ਦੇ ਸਮਾਨ ਹੋਰ ਕੋਈ ਹੋਣਾ ਔਖਾ ਹੈ, ਜਿੰਨਾ ਗਿਆਨ ਇਹਨਾਂ ਨੂੰ ਹੈ। ਹੋਏ ਅਧੀਨ ਬਿਨੈ ਕਰ ਕੈ ਸਿਰ ਨਾਇਕ ਦੋਨੋਂ ਬੰਦਤ ਪਾਨਾ। ਫਿਰ ਅਧੀਨ ਹੋ ਕੇ ਬੇਨਤੀ ਕੀਤੀ, ਨਿਮਰਤਾ ਸਹਿਤ ਸਿਰ ਨਵਾ ਕੇ, ਦੋਨੋਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਪਰ ਮੱਥਾ ਟੇਕਦਾ ਹੈ। ਆਦਰ ਕੀਨ ਬਸਾਲ ਗੁਰ ਉਚਰਿਓ ਤੁਮ ਹੋ ਸਿਧ ਜੋਗ ਕੇ ਖਾਨਾ। ਆਦਰ ਕੀਤਾ ਬਹੁਤ ਜ਼ਿਆਦਾ, ਫਿਰ ਸਤਿਕਾਰ ਕੀਤਾ ਹੈ ਬੜਾ। ਕਹਿਣ ਲੱਗਿਆ ਤੁਸੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ, ਸੋ ਗੁਰੂ ਉਚਰਿਓ ਮਹਾਰਾਜ ਕਹਿਣ ਲੱਗੇ ਤੁਮ ਹੋ ਸਿੱਧ ਜੋਗ ਕੇ ਖਾਨਾ। ਤੁਸੀਂ ਤਾਂ ਬਈ ਸਿੱਧ ਜੋਗ ਦੀ ਖਾਨ ਹੋ। ਬਾਲੇ ਕੇ ਪੰਕਜ ਆਨਨ ਤੇ ਇਤਿਹਾਸ ਬਣਿਓ ਮਕਰੰਦ ਸੁਹਾਇਓ। ਭਾਈ ਬਾਲਾ ਜੀ ਦੇ ਮੁਖਾਰਬਿੰਦ ਤੋਂ ਸੁੰਦਰ ਇਤਿਹਾਸ, ਇਹ ਮਾਨੋ ਮਕਰੰਦ ਵਾਂਗੂ, ਜਿਵੇਂ ਫੁੱਲ ਦੇ ਉੱਤੇ ਮਕਰੰਦ ਹੁੰਦਾ, ਉਹਦੇ ਧੂੜੇ ਵਿੱਚੋਂ ਸੁਗੰਧੀ ਆਉਂਦੀ ਹੁੰਦੀ ਹੈ। ਇਹ ਸੁੰਦਰ ਇਤਿਹਾਸ ਸੁਗੰਧੀ ਵਾਲਾ ਮਕਰੰਦ ਵਰਗਾ ਹੈ। ਸ੍ਰੀ ਗੁਰੂ ਅੰਗਦ ਜੀ ਸੁਣ ਕੇ ਮਨ ਪੌਰ ਪਿਓ ਬਹੁਤ ਹਲਸਾਇਓ। ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਰਾ ਕੁਝ ਸ਼ਰਵਣ ਕੀਤਾ ਭਾਈ ਬਾਲਾ ਜੀ ਤੋਂ, ਬਹੁਤ ਖੁਸ਼ ਹੋਏ। ਭਮਰਾ ਜਿਵੇਂ ਸੁਣਦਾ, ਇੱਕ ਪਾਸੇ ਤਾਂ ਆਪ ਪੂਰਨ ਰੂਪ ਦੇ ਵਿੱਚ ਪਰਮੇਸ਼ਰ ਰੂਪ ਨੇ ਗੁਰੂ ਅੰਗਦ ਦੇਵ ਮਹਾਰਾਜ, ਇੱਕ ਪਾਸੇ ਗੁਰੂ ਅੰਗਦ ਦੇਵ ਮਹਾਰਾਜ ਦੇ ਸਰੂਪ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਮਾਏ ਹੋਏ ਨੇ, ਉਹੀ ਜੋਤ ਹੈ। ਇੱਕ ਪਾਸੇ ਆਪਣੇ ਪਿਆਰੇ ਦੇ ਪਿਆਰ ਵਿੱਚ ਆ ਕੇ ਉਹਨਾਂ ਦੀ ਲੀਲਾ ਨੂੰ ਸਰਵਣ ਕਰਨਾ,
ਇੱਕ ਪਾਸੇ ਗੁਰੂ ਰੂਪ ਨੇ, ਇੱਕ ਪਾਸੇ ਸਿੱਖ ਰੂਪ ਹੋ ਕੇ ਸਰਵਣ ਕਰਨਾ। ਇਹਨਾਂ ਚੀਜ਼ਾਂ ਨੂੰ ਸਮਝਦਿਆਂ ਸਮਾਂ ਲੱਗ ਜਾਂਦਾ। ਜਿਸ ਪਿਆਰੇ ਸਿਉ ਨੇਹੁ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਭਾਈ ਬਾਲਾ ਜੀ ਸੁਣਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦੇ ਸ਼ਰਵਣ ਕਰ ਰਹੇ ਹਨ। ਪ੍ਰੇਮ ਕੋ ਪੂਰ ਪ੍ਰਕਾਸ਼ ਕੀਓ, ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਫਿਰ ਪ੍ਰੇਮ ਨੂੰ ਬਹੁਤਾ ਪ੍ਰਗਟ ਕੀਤਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਗੁਰੂ ਅੰਗਦ ਦੇਵ ਜੀ ਧਿਆਨ ਲਾ ਕੇ ਬੈਠ ਗਏ। ਹੋਏ ਬਦੇਹ ਗਏ ਤਿਹ ਕਾਲ ਭਲੇ, 10 ਦਵਾਰ ਮੈਂ ਸੁਆਸ ਟਿਕਾਇਓ। ਬਦੇਹੀ ਹੋ ਗਏ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ। ਸੁਰਤੀ ਲਾ ਕੇ, ਸਮਾਧੀ ਲਾ ਕੇ, ਸਮਾਧੀ ਸੁਤੇ ਸਿੱਧੀ ਲੱਗ ਜਾਂਦੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਇੰਨਾ ਪਿਆਰ ਗੁਰੂ ਅੰਗਦ ਦੇਵ ਜੀ ਦਾ ਕਿ ਬਸ ਉਹੀ ਸਨ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਿਵੇਂ ਇੱਕ ਪਤੀ ਵਰਤਾ ਇਸਤਰੀ ਨੂੰ ਆਪਣੇ ਪਤੀ ਤੋਂ ਬਿਨਾਂ ਬਾਕੀ ਸੰਸਾਰ ਦੇ ਮਨੁੱਖ ਕੀੜੇ ਮਕੌੜੇ ਹੀ ਲੱਗਦੇ ਹੁੰਦੇ, ਇਹੀ ਸਤੀ ਵਰਤਾ ਇਸਤਰੀ ਦੀ ਨਿਸ਼ਾਨੀ ਹੁੰਦੀ ਆ। ਕਹਿੰਦੇ ਬਾਕੀ ਬੰਦਿਆਂ ਨੂੰ ਇਸਤਰੀ ਦੀ ਨਿਆਈ ਹੋਈ ਸਮਝਦੇ ਨੇ, ਸਿਰਫ ਆਪਣੇ ਪਤੀ ਉੱਤੇ ਹੀ ਇੱਕ ਭਰੋਸਾ ਹੋਣਾ, ਯਕੀਨ ਹੋਣਾ, ਉਹਨੂੰ ਪਰਮੇਸ਼ਰ ਦੀ ਬਹੁਤ ਛੇਤੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਸਿੱਖ ਦਾ ਨਿਸ਼ਚਾ ਗੁਰੂ ਤੇ ਹੀ ਹੋਣਾ। ਬਸ ਆਏ ਗਏ ਜਬ ਤੇ ਤੁਮਰੇ ਤਬ ਤੇ ਕਹੂ ਆਂਖ ਤਰੇ ਨਹੀਂ ਆਉਂਦੇ। ਮਹਾਰਾਜ ਕਹਿੰਦੇ ਨੇ ਜਬ ਤੋਂ ਤੁਹਾਡੇ ਚਰਨ ਪਕੜੇ ਨੇ, ਦੂਜਾ ਕੋਈ ਅੱਖ ਥੱਲੇ ਲਿਆਂਦਾ ਹੀ ਨਹੀਂ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਕਥਾ ਸੁਣਦਿਆਂ ਆਪਣੇ ਪਿਆਰੇ ਗੁਰੂ ਨਾਨਕ ਜੀ ਵਿੱਚ ਸਮਾਧੀ ਲੱਗ ਗਈ ਹੈ। ਸਰੋਤਾ ਗਏ ਉਠ ਆਪਣੇ ਧਾਮਣਾ, ਰੈਨ ਵਿਤੀ ਇੱਕ ਦਿਵਸ ਬਤਾਇਓ। ਸਰੋਤੇ ਹੌਲੀ ਹੌਲੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਗਏ ਨੇ। ਗੁਰੂ ਅੰਗਦ ਦੇਵ ਜੀ ਦੀ ਸਮਾਧੀ ਇੱਕ ਰਾਤ ਪੂਰੀ ਤੇ ਇੱਕ ਦਿਨ 24 ਘੰਟੇ ਸਮਾਧੀ 'ਚ ਲੀਨ ਬੈਠੇ ਰਹੇ। ਫਿਰ ਨਿਸਾ ਪਈ ਦਿਵਸ ਚਰਿਓ, ਛੜਕਿਓ ਨਹਿ ਪਿਆਨ ਅਖੰਡ ਲਗਾਇਓ। ਉਸ ਤੋਂ ਬਾਅਦ ਫਿਰ ਰਾਤ ਹੋ ਗਈ, ਫਿਰ ਦੂਸਰੀ ਰਾਤ, ਫਿਰ ਦਿਨ ਚੜ ਗਿਆ, ਪਰ ਧਿਆਨ ਅਖੰਡ ਇੱਕ ਰਸ ਗੁਰੂ ਨਾਨਕ ਦੇਵ ਜੀ ਵਿੱਚ ਧਿਆਨ ਲੱਗਿਆ। ਪਿਆਰੇ ਦੇ ਪਿਆਰ ਨੂੰ ਜਾਣਨਾ ਬਹੁਤ ਔਖਾ ਹੁੰਦਾ ਕਿ ਵਾਹਿਗੁਰੂ ਨਾਲ ਕਿੰਨਾ ਪਿਆਰ ਹੈ। ਇੱਕ ਲਕੀਰ ਦੇ ਫਕੀਰ ਨੇ ਦੁਨੀਆ ਦੇ ਅੰਦਰ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਪ੍ਰੇਮ ਕੀ ਹੁੰਦਾ, ਗੁਰੂ ਨਾਲ ਪ੍ਰੇਮ ਕੀ ਹੁੰਦਾ। ਉਹ ਤਾਂ ਆਪਣੀਆਂ ਖੁਸ਼ਕ ਜੀਆਂ ਗੱਲਾਂ ਛੱਡੀ ਜਾਂਦੇ ਰਹਿੰਦੇ ਨੇ, ਐ ਨਹੀਂ ਹੋਣਾ ਚਾਹੀਦਾ, ਐ ਹੋਣਾ ਚਾਹੀਦਾ। ਜਦੋਂ ਪਿਆਰ ਹੁੰਦਾ ਉਦੋਂ ਸਤਿਗੁਰੂ ਨੂੰ ਸਾਰਾ ਕੁਝ ਹੀ ਪਿਆਰ 'ਚ ਹੀ ਮਨਜ਼ੂਰ ਹੋ ਜਾਂਦਾ। ਪ੍ਰੇਮ ਦੇ ਵਿੱਚ ਹੀ ਸਭ ਕੁਝ ਪ੍ਰਵਾਨ ਕਰ ਲੈਂਦੇ ਨੇ ਮਹਾਰਾਜ। ਸੋ ਇਸ ਤਰ੍ਹਾਂ ਪ੍ਰੇਮ ਦੀਆਂ ਉਦਾਹਰਨਾਂ ਤਾਂ ਬੜੀਆਂ ਪੁਰਾਣੀਆਂ ਨੇ। ਪ੍ਰੇਮ ਦੇ ਵਿੱਚ ਆ ਕੇ ਸੋ ਕ੍ਰਿਸ਼ਨ ਜੀ ਨੇ ਕੇਲੇ ਦੇ ਛਿਲਕੀ ਖਾਈ ਗਏ, ਰਾਮਚੰਦਰ ਜੀ ਨੇ ਭੀਲਨੀ ਦੇ ਬੇਰ ਖਾਧੇ ਝੂਠੇ। ਇਹ ਪੁਰਾਣੇ ਇਤਿਹਾਸ ਦੀਆਂ ਚੀਜ਼ਾਂ ਨੇ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਨੇ ਪਿਆਰ ਦੇ ਵਿੱਚ ਜਿਹਨੇ ਜੋ ਬੇਨਤੀ ਕੀਤੀ ਉਹੀ ਛਕ ਲਿਆ। ਬੇਨਤੀ ਪ੍ਰਵਾਨ ਕਰਦੇ ਨੇ। ਪ੍ਰੇਮ ਦੀ ਖੇਡ ਵੱਖਰੀ ਹੈ। ਕੋਈ ਕੀ ਜਾਣੇ ਕਿ ਪ੍ਰੇਮ ਕੀ ਚੀਜ਼ ਹੁੰਦੀ ਹੈ। ਜਿਨ੍ਹਾਂ ਨੂੰ ਸਤਿਗੁਰਾਂ ਨਾਲ ਪ੍ਰੇਮ ਹੈ ਇਹ ਤਾਂ ਉਹੀ ਜਾਣਦੇ ਨੇ ਕਿ ਪ੍ਰੇਮ ਹੁੰਦਾ ਕੀ ਹੈ, ਤੇ ਜਿਨ੍ਹਾਂ ਨੂੰ ਪ੍ਰੇਮ ਨਹੀਂ, ਖੁਸ਼ਕੀ ਦੇ ਮਾਰੇ ਹੋਏ ਵਿਚਾਰੇ, ਉਹਨਾਂ ਨੂੰ ਪ੍ਰੇਮ ਦੀ ਗੱਲ ਕੀ ਕਰੀਏ। ਖਾਨ ਪਾਨ ਨਹਾਨ ਕਿਓ, ਨਰ ਆਵ ਸਮੈ ਮਿਲ ਬੈਨ ਅਲਾਇਓ। ਮਹਾਰਾਜ ਦੀ ਸਮਾਧੀ ਲੱਗੀ ਰਹੀ 2 ਦਿਨ 2 ਰਾਤਾਂ, ਨਾ ਖਾਣਾ ਨਾ ਪੀਣਾ ਨਾ ਇਸ਼ਨਾਨ ਨਾ ਸਮਾਧੀ। ਇਸੇ ਪ੍ਰਕਾਰ ਨਰ ਆਪਸ ਮੈਂ ਮਿਲ ਬੈਨ ਅਲਾਇਓ। ਤੇ ਜਿਹੜੇ ਬੰਦੇ ਸੀ ਉਹ ਆਪਸ ਵਿੱਚ ਬੈਠ ਕੇ ਮਿਲ ਕੇ ਬਚਨ ਕਰਦੇ ਹਨ। ਸ੍ਰੀ ਗੁਰੂ ਅੰਗਦ ਜੀ ਤਜ ਦੇਹ ਗਿਆ, ਕਰ ਤਾਰ ਕੇ ਮਧ ਸਮਾਇਆ। ਉਹ ਐਸਾ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੇਹੀ ਤਿਆਗ ਕੇ ਬੈਠੇ ਬੈਠੇ ਕਰਤਾਰ ਵਿੱਚ ਜਾ ਕੇ ਲੀਨ ਹੋ ਗਏ। ਜੋਤ ਸਰੀਰ ਵਿੱਚੋਂ ਹੀ ਲੀਨ ਨਿਕਲ ਕੇ ਕਰਤਾਰ 'ਚ ਲੀਨ ਹੋ ਗਈ। ਬਈ ਸਮਾਧੀ ਐਸੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਉੱਚੀ ਚੀਜ਼ ਹੈ। ਇਹ ਇੰਨੀ ਉੱਚੀ ਚੀਜ਼ ਹੈ ਕਿ ਜਿੱਥੇ ਜਤ ਪਹਾਰਾ ਧੀਰਜ ਸੁਨਿਆਰ ਦੀ ਪੌੜੀ 'ਚ ਆਪਾਂ ਦੱਸਿਆ ਪਹਿਲੀ ਸੀੜੀਆਂ 'ਚ ਇਹ ਹੈਗੀ ਕਥਾ,
ਜਿਹੜੀ 7ਵੀਂ ਭੂਮਿਕਾ ਤੋਂ ਬਾਅਦ ਜਿੱਥੇ 8ਵੀਂ ਭੂਮਿਕਾ ਆਉਂਦੀ ਹੈ ਉਹ ਸਿਰਫ ਸਤਿਗੁਰੂ ਦੀ ਆਪਣੀ ਹੈ। ਗੁਰੂ ਅੰਗਦ ਜੀ ਤਜ ਦੇਹ ਗਇਓ ਕਰਤਾਰ ਕੇ ਮੱਧ ਸਮਾਇਓ। ਕਰਤਾਰ ਪਰਮੇਸ਼ਰ ਦੇ ਵਿੱਚ ਹੀ ਜਾ ਕੇ ਸਮਾ ਗਏ, ਲੀਨ ਹੋ ਗਏ ਨੇ। ਇਹ ਕਈ ਵਾਰ ਹੋ ਜਾਂਦਾ, ਮਹਾਂਪੁਰਖਾਂ ਦਾ ਵੀ ਐਸਾ ਹੋ ਜਾਂਦਾ ਤੇ ਗੁਰਾਂ ਦਾ ਵੀ ਹੋ ਜਾਂਦਾ, ਕਿਉਂਕਿ ਪ੍ਰੇਮ ਹੀ ਇੰਨਾ ਜ਼ਿਆਦਾ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਹੀ ਸਮਾ ਜਾਂਦੇ ਨੇ, ਲੀਨ ਹੀ ਹੋ ਜਾਂਦੇ ਨੇ। ਹੁਣ ਇੰਨਾ ਅਭਿਆਸ ਕਿਹੜਾ ਕਰੇ ਬੰਦਾ? ਗੱਲਾਂ ਬਣਾਉਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ, ਪਰ ਇਹਨਾਂ ਅਵਸਥਾਵਾਂ ਨੂੰ ਆਪਾਂ ਨਹੀਂ ਜਾਣ ਸਕਦੇ। ਹਾਂ, ਐਸੀਆਂ ਚੀਜ਼ਾਂ ਠੀਕ ਆਪਾਂ ਸੁਣੀਆਂ ਵੀ, ਮੇਰੀਆਂ ਦੇਖੀਆਂ ਵੀ ਹੋਈਆਂ ਨੇ। ਜਿਨ੍ਹਾਂ ਦੀ ਇਹ ਬਿਰਤੀ ਲੱਗਦੀ, ਸਮਾਧੀ ਲੱਗਦੀ ਹੈ, ਉਹ ਸਰੀਰ ਹੀ ਛੱਡ ਜਾਂਦੇ ਨੇ। ਫਿਰ ਉਹਨਾਂ ਸਰੀਰ ਨੂੰ ਸਾਨੂੰ ਹਿਲਾਉਣਾ ਪੈਂਦਾ। ਜਿਵੇਂ ਮਹਾਂਪੁਰਖ ਕਹਿ ਦਿੰਦੇ ਹੁੰਦੇ ਸਾਨੂੰ, ਕਹਿੰਦੇ ਮੈਂ ਕਈ ਵਾਰ ਰਾਤ ਨੂੰ ਸਰੀਰ ਛੱਡ ਕੇ ਸੱਚਖੰਡ ਚਲਿਆ ਜਾਂਦਾ ਹੁੰਦਾ, ਮੈਨੂੰ ਸਵੇਰੇ ਹਿਲਾ ਦਿਆ ਕਰ ਮਾੜਾ ਜਿਹਾ। ਫਿਰ ਸਿੰਘਾਂ ਦੇ ਮਨ 'ਚ ਆ ਜਾਂਦੀ ਵੀ ਇਹ ਤਾਂ ਉੱਠੇ ਹੀ ਨਹੀਂ, ਮਹਾਂਪੁਰਖ ਕਿਹੜਾ ਉੱਠਦੇ ਨੇ, 10-12 ਵਜੇ ਤੱਕ ਨਹੀਂ ਉੱਠਦੇ। ਤੇ ਸਾਨੂੰ ਪਹਿਲਾਂ ਜ਼ਿਆਦਾ ਨਹੀਂ ਸੀ ਪਤਾ ਮੈਨੂੰ ਵੀ ਇੱਥੇ ਤੱਕ ਗੱਲ ਪਹੁੰਚ ਗਈ ਹੈ। ਜਦੋਂ ਫਿਰ ਸਰੀਰ ਮਾੜਾ ਜਿਹਾ ਹਿਲਾਉਣਾ, ਅੰਗੂਠੇ ਨੂੰ ਫਤਿਹ ਬੁਲਾਉਣੀ, ਤਾਂ ਉਦੋਂ ਫਿਰ ਬਸ ਹੱਥ ਖੜਾ ਕਰ ਦੇਣਾ, ਹਾਂ ਠੀਕ ਹੈ ਉੱਠ ਗਿਆ ਮੈਂ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣਾ। ਇਸ ਤਰ੍ਹਾਂ ਹੁੰਦਾ ਕਿ ਸਮਾਧੀ ਸਥਿਤ ਅਵਸਥਾ ਹੀ ਇੰਨੀ ਉੱਚੀ ਚਲੀ ਜਾਂਦੀ ਹੈ। ਕਈ ਵਾਰੀ ਸਰੀਰ ਛੱਡ ਕੇ ਹੀ ਅਭਿਆਸੀ ਸੱਚਖੰਡ ਚਲੇ ਜਾਂਦਾ, ਉੱਥੋਂ ਫਿਰ ਉਹਨੂੰ ਮੋੜਦੇ ਨੇ, ਚੱਲ ਵਾਪਸ, ਹਾਲੇ ਤੇਰੀ ਪਰਾ ਲੱਭਦਾ, ਉੱਥੇ ਤੇਰੀ ਸੇਵਾ ਲੱਗੀ ਹੋਈ ਹੈ, 7 ਬਚਨ ਕਹਿ ਕੇ ਉਹ ਫੇਰ ਮੁੜ ਆਉਂਦਾ। ਇਸ ਤਰ੍ਹਾਂ ਕਈਆਂ ਨਾਲ ਹੁੰਦਾ। ਇਹ ਜਿਹੜੇ ਆਪਣੇ ਬਹੁਤ ਉੱਚੇ ਉੱਚੇ ਅਭਿਆਸੀ ਬੈਠਿਆ, ਉਹਨਾਂ ਹੋ ਜਾਂਦਾ। ਉਹ ਕਈ ਵਾਰ ਸੱਚਖੰਡ 'ਚ ਜੀ ਲਾ ਕੇ ਬਹਿ ਜਾਂਦੇ ਜਾ ਕੇ, ਨਹੀਂ ਜੀ ਅਸੀਂ ਨਹੀਂ ਜਾਣਾ। ਅਕਾਲ ਪੁਰਖ ਕਹਿਣਗੇ ਨਹੀਂ ਹਾਲੇ ਸਮਾਂ ਨਹੀਂ ਹੈ ਤੇਰਾ, ਚੱਲ ਵਾਪਸ। ਗੁਰੂ ਨਾਨਕ ਸਾਹਿਬ ਕਈ ਵਾਰ ਆਪ ਮੋੜਦੇ ਨੇ ਉੱਥੋਂ। ਇਹ ਨਾ ਕਹੋ ਕਿ ਆਪਣੇ ਪੰਥ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ, ਜਾਂ ਹੁਣ ਵੀ ਨਹੀਂ ਹੈਗੇ ਬੰਦੇ ਰੱਬ ਦੇ। ਬਹੁਤ ਬੈਠੇ ਨੇ ਸਰੀਰ ਛੱਡਣ ਵਾਲੇ, ਛੱਡ ਕੇ ਤੁਰ ਜਾਂਦੇ ਨੇ ਸਮਾਧੀਆਂ 'ਚ। ਆਓ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਸੀਗਾ ਸਰੀਰ ਜਿਹਾ ਛੱਡ ਕੇ, ਤੋ ਜਿਸ ਪ੍ਰਕਾਰ ਮਹਾਰਾਜ ਦੀ ਦੇਹੀ ਦਾ ਵੀ ਨਿਰਣਾ ਮੈਂ ਕਈ ਵਾਰ ਕਰ ਦਿੰਦਾ ਹੁੰਦਾ, ਪਰ ਵਕੀਲਾਂ ਤੋਂ ਡਰ ਲੱਗਦਾ ਰਹਿੰਦਾ ਵੀ ਐਵੇਂ ਰੌਲਾ ਪਾਉਣਗੇ ਫਿਰ। ਤੋ ਇਸ ਤਰ੍ਹਾਂ ਜਿਹੜੇ ਬਾਹਲੇ ਆਪਣੇ ਆਪ 'ਚ ਬਣਦੇ ਨੇ, ਇਹਨਾਂ ਨੂੰ ਪਤਾ ਇਹਨਾਂ ਹੁੰਦਾ ਇਹ ਕੀ ਚੀਜ਼ਾਂ। 10 ਸਰੂਪਾਂ ਦੀ ਦੇਹੀ 5 ਤੱਤਾਂ ਦੀ ਨਹੀਂ ਹੈਗੀ, ਇਹ ਧਿਆਨ ਰੱਖ ਲਿਓ। ਉਹ ਅਲੱਗ ਚੀਜ਼ ਹੁੰਦੀ, ਅਕਾਲ ਪੁਰਖ ਨੇ ਨਾ, ਇਸ ਕਰਕੇ। ਬਾਕੀ ਸਾਰਿਆਂ ਦੀ ਜਿਹੜੀ ਦੇਹੀ ਹੁੰਦੀ ਆ ਉਹ 5 ਤੱਤਾਂ 'ਚ ਗਿਣਨੀ ਹੈ, ਪਰ ਸਿਰਫ 10 ਸਰੂਪਾਂ ਦੀ ਦੇਹੀ 5 ਤੱਤਾਂ ਵਿੱਚ ਨਹੀਂ ਹੈ। ਉਹ ਅਲੱਗ ਜਿਹੇ ਕਿਸਮ ਦੀ ਚੀਜ਼ ਹੈ, ਸਾਰੀ ਹੋਈ ਸਾਡੀ ਸਮਝ ਤੋਂ ਵੀ ਪਰੇ। ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੂੰ ਮੱਥਾ ਟੇਕਣ ਲੱਗੇ ਸੀ, ਭਾਈ ਸੰਤੋਖ ਸਿੰਘ ਜੀ ਪਹਿਲੇ ਹੈੱਡ ਪੁਜਾਰੀ ਹਜ਼ੂਰ ਸਾਹਿਬ ਦੇ, ਜਦੋਂ ਮਹਾਰਾਜ ਸੰਸਕਾਰ ਵਾਲੇ ਥਾਂ ਨੂੰ ਜਾਣ ਲੱਗੇ, ਉਦੋਂ ਇਹ ਹੋਇਆ ਸੀ। ਮਹਾਰਾਜ ਜੀ ਸਰੂਪ ਆਪ ਜੀ ਦਾ ਦਿਖਦਾ ਤਾਂ ਹੈ ਪਰ ਹੱਥ 'ਚ ਨਹੀਂ ਆ ਰਿਹਾ। ਉਦੋਂ ਮਹਾਰਾਜ ਨੇ ਕਿਹਾ ਤਾਂ ਸੀ ਕਿ ਮੈਂ ਵਾਸਤਵ ਦੇ ਵਿੱਚ ਸਾਡਾ ਕੋਈ ਰੂਪ ਨਹੀਂ ਹੈ ਭਾਈ ਸੰਤੋਖ ਸਿੰਘ, ਅਸੀਂ ਤਾਂ ਸਿਰਫ ਤੁਹਾਡੀ ਭਾਵਨਾ ਨੂੰ ਲੈ ਕੇ 10 ਰੂਪ ਧਾਰਨ ਕੀਤੇ ਨੇ, ਮੇਰਾ ਕੋਈ ਰੂਪ ਨਹੀਂ ਹੈ, ਮੈਂ ਪ੍ਰਕਾਸ਼, ਮੈਂ ਸ਼ਬਦ ਰੂਪ। ਬ੍ਰਹਮ ਨੇ ਉਦੋਂ ਆਪਣਾ ਨਿਰਣਾ ਕੀਤਾ ਕਿ ਮੈਂ 10 ਸਰੂਪ ਧਾਰੇ ਨੇ, ਪ੍ਰਕਾਸ਼ ਰੂਪ ਹਾਂ ਮੈਂ। ਅਕਾਲ ਪੁਰਖ ਜਦੋਂ ਮਰਜੀ ਰੂਪ ਧਾਰ ਲੈਂਦੇ, ਨਿਰਗੁਣ ਸਰਗੁਣ ਦੋਨੋਂ ਹੀ ਉਹਦੇ ਰੂਪ ਨੇ। ਇਹ ਸਾਹਮਣੇ ਬੈਠੇ ਦਿਖੀ ਵੀ ਜਾਂਦੇ ਨੇ, ਪਰ ਜੇ ਟੱਚ ਕਰਨ ਦਾ ਯਤਨ ਕਰਦੇ ਫਿਰ ਟੱਚ ਨਹੀਂ ਹੁੰਦੇ। ਸੌਲਿਡ ਚੀਜ਼ ਕਈ ਵਾਰ ਦੇ ਵੀ ਜਾਂਦੇ ਨੇ। ਇਹ 10ਵੇਂ ਪਾਤਸ਼ਾਹ ਘੋੜੇ ਤੇ ਆਉਣ, ਬਾਬਾ ਅਤਰ ਸਿੰਘ ਮਸਤੂਆਲ ਨੂੰ ਕੜਾਹ ਪ੍ਰਸ਼ਾਦ ਫੜਾ ਵੀ ਗਏ। ਹੇਮਕੁੰਟ ਸਾਹਿਬ ਹੁਣ ਵੀ ਪਹਾੜੀਆਂ ਜਿਹੜੇ ਅਭਿਆਸੀ ਬੈਠੇ ਨੇ, ਉਹਨਾਂ ਨੂੰ ਹੁਣ ਵੀ ਮਹਾਰਾਜ ਕੜਾਹ ਪ੍ਰਸ਼ਾਦ ਹਰ ਰੋਜ਼ ਸਵੇਰੇ ਹੁਣ ਵੀ ਦੇ ਕੇ ਜਾਂਦੇ ਨੇ, ਕਿਉਂਕਿ ਉੱਥੇ ਅਭਿਆਸੀ ਮਿਲੇ ਸੀ ਇੱਕ ਮਹਾਂਪੁਰਖ, ਚਿੱਟੇ ਬਸਤਰ, ਚਿੱਟਾ ਹੀ ਦਾੜਾ, ਚਿੱਟਾ ਦਸਤਾਰਾ। ਸੋ ਮਹਾਂਪੁਰਖਾਂ ਨੇ ਪੁੱਛਿਆ ਸੀ, ਜਦੋਂ ਅਸੀਂ ਹੇਮਕੁੰਟ ਸਾਹਿਬ ਗਏ ਸੀ 1976 ਦੀ ਗੱਲ ਹੈ, 75 ਦੀ, ਉਸ ਵਕਤ ਪੁੱਛਿਆ ਸੀਗਾ, ਕੋਈ ਫੌਜਾਂ ਮਿਲੀਆਂ ਸੀ ਉੱਥੇ, ਕਹਿ ਰਹੇ ਜੀ ਇਹ ਫਿਰ ਤੁਸੀਂ ਇੱਥੇ ਜੋ ਉੱਤੇ ਗੁਫਾ 'ਚ ਰਹਿੰਦੇ ਹੋ ਫਿਰ ਛਕਦੇ ਕੀ ਹੋ? ਕਹਿੰਦੇ ਖਾਲਸਾ ਜੀ ਸਾਨੂੰ ਮਹਾਰਾਜ ਜੀ ਇੱਕ ਛਾਂਦਾ ਸਵੇਰੇ ਕੜਾਹ ਪ੍ਰਸ਼ਾਦ ਦਾ ਦੇ ਜਾਂਦੇ ਆ, 24 ਘੰਟੇ ਉਹਦੇ ਨਾਲ ਸਾਨੂੰ ਭੁੱਖ ਨਹੀਂ ਲੱਗਦੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਸੂਖਮ ਰੂਪ ਵਿੱਚ ਹੁੰਦੇ ਨੇ, ਕਈ ਵਾਰ ਸੋਲਿਡ ਚੀਜ਼ ਫੜਾ ਵੀ ਜਾਂਦੇ ਨੇ। ਇਹ ਕੋਈ ਬਹੁਤ ਵਾਰੀ, ਮੈਂ ਇੱਕ ਵਾਰ ਮੇਰੇ ਕੋਲੋਂ ਗਲਤੀ ਨਾਲ ਨਿਕਲ ਗਿਆ ਜਾਂ ਸੁਖਮਨੀ ਸਾਹਿਬ ਦੇ ਵਿੱਚ, ਜੋ ਜਿਹੜੇ ਸੰਗਤਰੇ ਛਕੇ ਸੀ ਅਸੀਂ, ਉਹ ਹੀ ਪੁੱਛੀ ਜਾਂਦੇ ਰਹਿੰਦੇ ਮੈਨੂੰ, ਉਹ ਕਿਵੇਂ ਸੀ, ਉਹ ਕਿਵੇਂ ਸੀ, ਸੱਚੀ ਗੱਲ ਸੀ।
ਤੁਸੀਂ ਅਭਿਆਸ ਕਰ ਲਓ, ਤੁਸੀਂ ਲੈ ਲਓ, ਤੁਹਾਨੂੰ ਨਹੀਂ ਮਿਲਦੇ ਸੰਤਰੇ। ਕੜਾਹ ਪ੍ਰਸ਼ਾਦ ਦੇ ਜਾਂਦੇ ਜਦ ਮਹਾਰਾਜ, ਤੇ ਸੰਤਰੇ ਕੀ ਚੀਜ਼ ਹੈ? ਸਾਰਾ ਕੁਝ ਹੀ ਦੇ ਸਕਦੇ ਸੱਚੇ ਪਾਤਸ਼ਾਹ। ਅਭਿਆਸ ਕਰਨ ਦੇ ਨਾਲ ਸਤਿਗੁਰੂ ਗੁਰਸਿੱਖ ਨੂੰ ਇਹ ਤਾਂ ਇੰਨੇ ਕੌਤਕ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ। ਜਦੋਂ ਆਪਾਂ ਬਿਆਨ ਕਰਾਂਗੇ ਫਿਰ ਕਈਆਂ ਨੂੰ ਇਹ ਬਹੁਤ ਹੈਰਾਨੀਜਨਕ ਗੱਲਾਂ ਲੱਗਦੀਆਂ ਨੇ, ਕਿਉਂਕਿ ਉਹ ਬਾਣੀ ਨਹੀਂ ਪੜ੍ਹਨੀ, ਅਭਿਆਸ ਨਹੀਂ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਬਹੁਤ ਕੌਤਕ ਕਰਦੇ ਨੇ, ਬਹੁਤਾ ਜ਼ਿਆਦੇ। ਇੰਨੇ ਕੌਤਕ ਹੁੰਦੇ ਨੇ ਵੀ ਫਿਰ ਬੰਦ ਹੀ ਹੋ ਜਾਂਦਾ ਦਿਮਾਗ, ਵੀ ਕਾਹਨੂੰ ਹੁਣ ਐਵੇਂ ਗੱਲਾਂ ਬਣਾਈ ਜਾਣੀ। ਫਿਰ ਸਾਰੇ ਕਹਿਣਗੇ ਕਿੱਦਾਂ ਗੱਲਾਂ ਬਣਾ ਦੱਸੀ ਜਾਂਦਾ, ਕਿੱਦਾਂ ਝੂਠ ਬੋਲਦਾ। ਹਾਂ ਬਈ ਅਸੀਂ ਤਾਂ ਝੂਠ ਹੀ ਬੋਲਦੇ ਹਾਂ, ਤੁਸੀਂ ਬਾਹਲੇ ਜ਼ਿਆਦਾ ਸੱਚੇ ਹੋ, ਤੁਸੀਂ ਸੱਚੇ ਬਣ ਰਹੇ ਹੋ, ਅਸੀਂ ਝੂਠੇ ਹੀ ਠੀਕ। ਹਾਂ ਪੈ ਕਰ ਕੋ ਨਾ ਬੁਲਾਏ ਸਕੈ, ਟਿਕ ਬੈਠ ਰਹੇ ਨਰ ਜੋ ਤਹਿ ਜਾਈ। ਭੈ ਕਰਕੇ, ਡਰ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਕੋਈ ਬੁਲਾ ਨਹੀਂ ਰਿਹਾ। ਜਿਹੜੇ ਬੰਦੇ ਜਾਂਦੇ ਨੇ ਉਹ ਨੇੜੇ ਬਹਿ ਜਾਂਦੇ ਮੱਥਾ ਟੇਕ ਕੇ, ਪਰ ਕੋਈ ਬੁਲਾਉਂਦਾ ਨਹੀਂ ਹੈ। ਸਾਤ ਨਿਸਾਪਨ ਸਾਤ ਹੀ ਬਾਸਰ ਬੀਤ ਗਏ, ਤਨ ਸੋਝੀ ਨਾ ਆਈ। 7 ਰਾਤਾਂ ਤੇ 7 ਦਿਨ ਸਮਾਧੀ 'ਚ ਹੀ ਬਤੀਤ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਸਰੀਰ ਨੂੰ ਛੱਡ ਕੇ ਹੀ ਚਲੇ ਗਏ। ਇਸ ਤਰ੍ਹਾਂ ਲੋਚਨ ਕੀ ਪਲਕਾਂ ਸੋ ਜੁਟੇ, ਇੱਕ ਆਸਨ ਬੈਠੇ ਅਡੋਲ ਸੁਹਾਈ। ਜੁੜੀਆਂ ਹੋਈਆਂ ਨੇ ਨੇਤਰਾਂ ਦੀਆਂ ਪਲਕਾਂ ਤੇ ਇੱਕ ਆਸਣ ਅਡੋਲ ਬੈਠੇ ਨੇ ਸਮਾਧੀ ਲਾ ਕੇ, ਔਰ ਜੋਤ ਅੰਦਰਲੀ ਸੱਚਖੰਡ ਚਲੀ ਗਈ। ਉੱਥੇ ਜਾ ਕੇ ਲੀਨ ਹੋ ਗਏ ਜਿੱਥੋਂ ਨਿਰੰਕਾਰ ਆਏ ਹਨ। ਤਾਂ ਪਦ ਪੰਕਜ ਕੋ ਮਮ ਬੰਦਨ, ਸੀਸ ਨਵਾਏ ਕਰੋ ਹਿਤ ਲਾਈ। ਉਹਨਾਂ ਦੇ ਚਰਨਾਂ ਕਮਲਾਂ ਤੇ ਮੈਂ ਕਹਿੰਦੇ ਦੋਵੇਂ ਹੱਥ ਜੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਪਿਆਰ ਨਾਲ ਆਪਣਾ ਮੱਥਾ ਉਹਨਾਂ ਦੇ ਚਰਨਾਂ ਤੇ ਲਾ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਦਾ, ਸੱਚੇ ਪਾਤਸ਼ਾਹ ਜੀ ਨੂੰ ਧੰਨ ਹੋ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਪਣੇ ਪਿਆਰੇ ਦੇ ਪਿਆਰ ਵਿੱਚ ਕਿੱਥੇ ਚਲੇ ਗਏ ਸੀ? ਕਹਿੰਦੇ ਦੁਨੀਆ 'ਚ ਜੀ ਨਹੀਂ ਲੱਗਦਾ। ਇੱਕ ਮਨ ਮੈਂ ਹੁਕਮ ਦਾ ਬੱਧਿਆ ਹੋਇਆ ਸੰਸਾਰ 'ਚ ਬੈਠਾ, ਮੇਰਾ ਜੀ ਕਰਦਾ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਹਮੇਸ਼ਾ ਨਾਲ ਹੀ ਰਹਾਂ। ਪਰ ਗੁਰੂ ਨਾਨਕ ਦੇਵ ਜੀ ਤੁਹਾਡੇ ਹਿਰਦੇ 'ਚ ਨੇ, ਪਰ ਫਿਰ ਵੀ ਤੁਸੀਂ ਇੰਨਾ ਪਿਆਰ, ਤੁਹਾਡਾ ਇੰਨਾ ਪਿਆਰ ਹੈ ਕਿ ਮਹਾਰਾਜ ਕਹਿੰਦੇ ਮੈਂ ਰਹਿ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ। ਕਿਉਂ? ਸਤਿਗੁਰੂ ਸੱਚੇ ਪਾਤਸ਼ਾਹ ਦਾ, ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਬਹੁਤਾ ਪਿਆਰ ਹੈ। ਕੱਲ ਸਰਵਣ ਕਰਾਂਗੇ ਅੱਗੇ ਪ੍ਰਸੰਗ, ਸਤਿਗੁਰੂ ਬਖਸ਼ਿਸ਼ ਕਰਨਗੇ। ਜਿਵੇਂ ਹੁਣ ਸਿੱਧਾਂ ਦੇ ਨਾਲ ਅੱਗੇ ਚਰਚਾ ਹੋਵੇਗੀ, ਇਹ ਤਾਂ ਅਸੀਂ ਥੋੜ੍ਹਾ ਬਹੁਤ ਵੈਸੇ ਹੀ ਕਾਫੀ ਡੂੰਘਾਈ 'ਚ ਚਰਚਾ ਆਉਣੀ ਹੈ, ਬਹੁਤ ਵਧੀਆ। ਜਿਹਨੂੰ ਸਮਝ ਲੱਗਦੀ ਆ ਉਹਨੂੰ ਫਿਰ ਪਤਾ ਲੱਗਦਾ ਕਿ ਮਹਾਰਾਜ ਨੇ ਕਿੰਨੀ ਚਰਚਾ ਕੀਤੀ ਹੈ, ਕਿੰਨਾ ਗਿਆਨ ਹੋਇਆ, ਔਰ ਸਿੱਧਾਂ ਦੇ ਨਾਲ ਕਿੰਨੀ ਚਰਚਾ ਹੁੰਦੀ ਰਹੀ ਹੈ। ਤਾਈਓ ਤਾਂ ਕਹਿਣਗੇ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ, ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ ਬਾਬਾ, ਸਾਡੀ ਤਾਂ ਇੰਨੀ ਕਮਾਈ ਨਹੀਂ ਹੈ। ਇਉਂ ਸਿੱਧ ਲੋਕ ਜਿਹੜੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਦ ਝੁਕ ਜਾਣਗੇ ਸਾਰੇ। ਗੁਰੂ ਨਾਨਕ ਦੇਵ ਜੀ ਨੇ ਤਾਂ 10 ਦਿਸ਼ਾ ਹੀ ਨਵਾ ਦਿੱਤੀਆਂ ਨੇ, ਸੱਚੇ ਪਾਤਸ਼ਾਹ ਦੇ ਅੱਗੇ ਸਾਰੇ ਹੀ ਝੁਕਦੇ ਨੇ। ਆਪਾਂ ਵੀ ਸੀਸ ਨਵਾਈਏ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ